ਸਾਹਿਬ ਜੀਓ। ਇੱਕ ਓੰਕਾਰ ਸਤਿਨਾਮ ਕਰਤਾ ਪੁਰਖ ਨਿਰਭਉ ਨਿਰਵੈਰ ਅਕਾਲ ਮੂਰਤ ਅਜੂਨੀ ਸੈਭੰ ਗੁਰ ਪ੍ਰਸਾਦ। ਆਸਾ ਕਰਵਤ ਭਲਾ ਨਾ ਕਰਵਟ ਤੇਰੀ, ਲਾਗ ਗਲੇ ਸੁਣ ਬਿਨਤੀ ਮੇਰੀ। ਹਉ ਵਾਰੀ ਮੁਖ ਫੇਰ ਪਿਆਰੀ, ਕਰਵਟ ਦੀ ਮੋਹ ਪਾਉ ਕਾਹੇ ਕੋ ਮਾਰੀ। ਰਹਾਉ ਪਿੰਡ ਪਰੈ ਜੋ ਤਨ ਚੀਰੈ ਅੰਗ ਨ ਮੋੜਾਂ। ਪਿੰਡ ਪਰੈ ਤਉ ਪ੍ਰੀਤ ਨ ਤੋਰੋ, ਹਮ ਤੁਮ ਬੀਚ ਪਇਓ ਨਹੀਂ ਕੋਈ। ਤੁਮੈ ਸੋ ਕੰਤ ਨਾਰ ਹਮ ਸੋਈ, ਕਹਿਤ ਕਬੀਰ ਸੁਨੋ ਰੇ ਲੋਈ। ਅਬ ਤੁਮਰੀ ਪ੍ਰਤੀਤ ਨਾ ਹੋਈ, ਕਹਿਤ ਕਬੀਰ ਸੁਨੋ ਰੇ ਲੋਈ। ਅਬ ਤੁਮਰੀ ਪ੍ਰਤੀਤ ਨਾ ਹੋਈ। ਸਾਹਿਬ ਕਮਾਲ ਵਾਲੀਏ ਕੁਲ ਆਲਮ, ਚਵਰ ਛਤਰ ਤਥਾ ਵਕਤ ਦੇ ਮਾਲਕ, ਧੰਨ ਧੰਨ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ, ਜਿਨ੍ਹਾਂ ਦੀ ਪਾਵਨ ਪਵਿੱਤਰ ਹਜ਼ੂਰੀ ਅੰਦਰ ਸਵਾਸਾਂ ਸਫਲ ਕਰਨ ਦਾ ਸੁਭਾਗ ਸਮਾਂ ਪ੍ਰਾਪਤ ਹੋਇਆ ਹੈ। ਆਓ ਸਰਬੰਸ ਦਾਨੀ ਪਿਤਾ ਧੰਨ ਸ੍ਰੀ ਗੁਰੂ ਗੋਬਿੰਦ ਸਿੰਘ ਸਾਹਿਬ ਜੀ ਵੱਲੋਂ ਬਖਸ਼ਿਸ਼ ਕੀਤੀ ਗਈ ਫਤਿਹ ਨੂੰ ਆਪਸ ਵਿੱਚ ਬੁਲੰਦ ਕਰੀਏ। ਦੋਵੇਂ ਹੱਥ ਜੋੜ ਪਿਆਰ ਦੇ ਨਾਲ ਬੋਲਿਓ ਜੀ, ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਅੰਮ੍ਰਿਤ ਵੇਲੇ ਦੀ ਸੰਭਾਲ ਕਰ ਰਹੇ ਪਿਆਰਿਓ, ਗੁਰੂ ਕੀ ਬਾਣੀ ਦੇ ਵਿੱਚੋਂ ਆਸਾ ਰਾਗ ਦੇ ਅੰਦਰ ਭਗਤ ਕਬੀਰ ਜੀ ਦੇ ਮੁਖਾਰ ਵਿੱਚ ਤੋਂ ਉਚਾਰਨ ਹੋਇਆ ਸ਼ਬਦ ਆਪਾਂ ਗਾਇਨ ਕੀਤਾ ਹੈ ਕਿ ਕਿਸ ਤਰ੍ਹਾਂ ਪਰਮਾਤਮਾ ਦੇ ਨਾਲ ਜੁੜਿਆ ਜਾਂਦਾ ਹੈ, ਪਰਮਾਤਮਾ ਦੇ ਪ੍ਰਤੀ ਸਾਡਾ ਪਿਆਰ ਕਿਹੋ ਜਿਹਾ ਹੋਣਾ ਚਾਹੀਦਾ। ਇਹ ਦੋ ਤਿੰਨ ਨੁਕਤੇ ਇਸ ਸ਼ਬਦ ਦੇ ਵਿੱਚ ਭਗਤ ਕਬੀਰ ਜੀ ਨੇ ਸਾਡੇ ਸਾਹਮਣੇ ਰੱਖੇ ਨੇ। ਜਦੋਂ ਮਨੁੱਖਾ ਜੀਵਨ ਦੀ ਗੱਲ ਚੱਲਦੀ ਹੈ ਤਾਂ ਮਨੁੱਖਾ ਜਨਮ ਦੇ ਵਿੱਚ ਧੰਨ ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਨੇ ਇੱਕ ਗੱਲ ਦੱਸ ਦਿੱਤੀ, ਤੁਮਰੀ ਕਿਰਪਾ ਤੇ ਮਾਨੁਖ ਦੇਹ ਪਾਈ ਹੈ। ਹੇ ਸੱਚੇ ਪਾਤਸ਼ਾਹ ਜੀ, ਆ ਮਨੁੱਖਾ ਦੇਹੀ ਆ ਨਾ ਜਿਹੜੀ, ਇਹ ਤੇਰੀ ਕਿਰਪਾ ਦੇ ਨਾਲ ਹੀ ਸਾਨੂੰ ਮਿਲੀ ਆ। ਮਿਲੀ ਕਿਉਂ ਆ? ਨਾਲੇ ਵੀ ਬਾਣੀ ਨੇ ਦੱਸਿਆ, ਕਹਿੰਦੇ ਚਿਰੰਕਾਲ ਇਹ ਦੇਹ ਸੰਜਰੀਆ
ਮਿਲ ਜਗਦੀਸ਼ ਮਿਲਣ ਕੀ ਵਰੀਆ। ਕਹਿੰਦੇ ਬੜੇ ਲੰਮੇ ਸਮੇਂ ਤੋਂ, ਚਿਰੰਕਾਲ ਕਹਿੰਦੇ ਨੇ ਬੜੇ ਲੰਮੇ ਸਮੇਂ ਤੋਂ। ਆਮ ਜਦੋਂ ਕੋਈ ਦੋ ਪਿਆਰੇ ਮਿਲਦੇ ਨੇ ਜਾਂ ਰਿਸ਼ਤੇਦਾਰ ਸਾਕ ਸੰਬੰਧੀ ਭਰਾ ਮਿਲਦੇ ਨੇ ਤਾਂ ਕਈ ਵਾਰੀ ਕਹਿ ਦਿੰਦੇ ਨੇ ਬੜੇ ਚਿਰ ਬਾਅਦ ਦਰਸ਼ਨ ਹੋਏ ਨੇ, ਭਾਵ ਬੜੇ ਚਿਰ ਬਾਅਦ ਮਿਲੇ ਹਾਂ, ਗੱਲਾਂ ਬਾਤਾਂ ਬਹਿ ਕੇ ਕਰਾਂਗੇ। ਬਸ ਉਸੇ ਤਰ੍ਹਾਂ ਹੀ ਚਿਰੰਕਾਲ ਇਹ ਦੇਹ ਸੰਜਰੀਆ, ਬੜੇ ਲੰਮੇ ਸਮੇਂ ਤੋਂ ਇਹ ਦੇਹੀ ਸਾਨੂੰ, ਜਿਹਨੂੰ ਅਸੀਂ ਚੇਤਾ ਕਰ ਰਹੇ ਸੀ, ਵਾਰ-ਵਾਰ ਸਿਮਰਨ ਕਰ ਰਹੇ ਸੀ ਕਿ ਸਾਨੂੰ ਮਨੁੱਖਾ ਜਨਮ ਦੀ ਦਾਤ ਮਿਲੇ, ਉਹ ਮਿਲ ਗਈ। ਕਿਉਂ ਮਿਲੀ? ਕਿਉਂਕਿ ਇਸ ਦੇਹੀ ਦੇ ਜ਼ਰੀਏ ਜਿਹੜਾ ਤੇਰਾ ਜਨਮ ਤੇ ਮਰਨ ਹੈ ਉਹ ਕੱਟਿਆ ਜਾ ਸਕਦਾ। ਹੋਰ ਕਿਸੇ ਦੇਹੀ ਦੇ ਵਿੱਚ ਮਨੁੱਖ ਤੋਂ ਬਿਨਾਂ ਹੋਰ ਕੋਈ ਵੀ ਦੇਹੀ ਆਪਣੇ ਜਨਮ ਤੇ ਮਰਨ ਨੂੰ ਨਹੀਂ ਕੱਟ ਸਕਦੀ। ਚਾਹੇ ਜੀਵ ਜੰਤੂ ਨੇ, ਜਾਨਵਰ ਨੇ, ਪਸ਼ੂ ਨੇ, ਬਨਸਪਤੀ ਹੈ, ਧਰਤੀ ਉੱਤੇ ਇਸ ਜੀਵਨ ਦੇ ਵਿੱਚ, ਜ਼ਿੰਦਗੀ ਦੇ ਵਿੱਚ ਜਿਉਣ ਵਾਲੀ, ਪੈਦਾ ਹੋਣ ਵਾਲੀ ਹਰ ਇੱਕ ਚੀਜ਼, ਵਸਤੂ, ਉਹ ਕੋਈ ਵੀ ਹੈ, ਮਨੁੱਖਾ ਜਨਮ ਤੋਂ ਬਿਨਾਂ ਉਹ ਪਰਮਾਤਮਾ ਨੂੰ ਨਹੀਂ ਮਿਲ ਸਕਦਾ। ਹੁਣ ਮਨੁੱਖ ਦੀ ਅੰਦਰੋਂ ਤਾਂਘ ਰਹਿੰਦੀ ਆ ਕਿ ਪਰਮਾਤਮਾ ਦੇ ਨਾਲ ਜੁੜਿਆ ਜਾਵੇ ਪਰਮਾਤਮਾ ਦੇ ਨਾਲ। ਇਹੀ ਗੱਲ ਮੇਰੇ ਪਾਤਸ਼ਾਹ ਜੀ ਨੇ ਦੱਸੀ, ਕਹਿੰਦੇ ਤੇਰੇ ਮਨੁੱਖਾ ਜਨਮ ਦਾ ਪਹਿਲਾ ਕਰਮ ਹੀ ਇਹ ਹੈ ਵੀ ਤੂੰ ਜੁੜਨਾ ਸਿੱਖਣਾ ਹੈ। ਦੇਖੋ, ਜੁੜਨ ਦੀਆਂ ਜਦੋਂ ਗੱਲਾਂ ਚੱਲਦੀਆਂ ਨੇ ਨਾ ਧਰਮ ਦੀ ਦੁਨੀਆ ਦੇ ਅੰਦਰ, ਤਾਂ ਇੱਥੇ ਸਾਡੇ ਸਾਹਮਣੇ ਇੱਕ ਯੋਗ ਮਤ ਵੀ ਆਉਂਦਾ, ਜਿਸ ਦਾ ਅਰਥ ਹੈ ਯੋਗ ਦਾ ਜੁੜਨਾ। ਉਸ ਪਰਮਾਤਮਾ ਦੇ ਨਾਲ ਜੁੜਨਾ ਕਿਵੇਂ ਹੈ? ਇਹ ਸ਼ਬਦ ਤਾਂ ਹੀ ਬਣਿਆ, ਜਿਹੜਾ ਜੁੜ ਚੁੱਕਿਆ ਹੈ ਉਹ ਉਸ ਜੁਗਤੀ ਦੇ ਵਿੱਚ ਵੱਜ ਗਿਆ। ਹੁਣ ਹਰ ਕੋਈ ਚਾਹੁੰਦਾ ਵੀ ਮੈਂ ਸੌਖੇ ਤਰੀਕੇ ਨਾਲ ਰੱਬ ਨੂੰ ਪਾ ਲਵਾਂ, ਪਰਮਾਤਮਾ ਨੂੰ ਪਾ ਲਵਾਂ। ਕਿਉਂ ਚਾਹੁੰਦੇ ਆ? ਪਿੱਛੇ ਕਾਰਨ ਵੀ ਆ ਕਿ ਜਦੋਂ ਪਰਮਾਤਮਾ ਨੂੰ ਹੀ ਚਾਹ ਲਿਆ, ਪਰਮਾਤਮਾ ਨੂੰ ਹੀ ਪਾ ਲਿਆ, ਫਿਰ ਜਿੰਨੇ ਵੀ ਸੁੱਖਾਂ ਕਰਕੇ ਅਸੀਂ ਦੌੜੇ ਫਿਰਦੇ ਹਾਂ ਉਹ ਸੁੱਖ ਸਾਰੇ ਆਪੇ ਆ ਜਾਣਗੇ। ਤੇ ਮਨੁੱਖਾ ਜਨਮ ਦਾ ਜਿਹੜੀ ਸੋਚ ਪਰਮਾਤਮਾ ਜੀ ਨੇ ਸਾਡੇ ਸਾਹਮਣੇ ਰੱਖੀ ਵੀ ਮਨੁੱਖ ਆਪਣੀ ਜ਼ਿੰਦਗੀ ਦੇ ਵਿੱਚੋਂ ਭੜਕ ਚੁੱਕਿਆ ਹੈ। ਇੱਕ ਬਚਨ ਸਾਂਝਾ ਕਰਾਂ, ਭਾਈ ਗੁਰਦਾਸ ਜੀ ਦੇ ਮੁਖਾਰਬਿੰਦ ਤੋਂ ਉਚਾਰਨ ਹੋਇਆ। ਭਾਈ ਗੁਰਦਾਸ ਜੀ ਨੇ ਲਿਖਿਆ, ਕਹਿੰਦੇ ਸੁਣੀ ਪੁਕਾਰ ਦਾਤਾਰ ਪ੍ਰਭ, ਗੁਰੂ ਨਾਨਕ ਜਗ ਮਾਹੇ ਪਠਾਇਆ। ਕਹਿੰਦੇ ਪੁਕਾਰ ਸੁਣੀ, ਕਾਹਦੀ ਪੁਕਾਰ ਸੀ ਉਹ? ਇਸ ਦੁਨੀਆ ਦੇ ਵਿੱਚ ਘੁੱਪ ਧੁੰਦ ਹਨੇਰੇ ਦੀ। ਦੇਖੋ, ਜਿੱਥੇ ਹਨੇਰਾ ਹੈ ਉੱਥੇ ਚਾਨਣ ਕਰਕੇ ਹੀ ਉਸ ਹਨੇਰੇ ਨੂੰ ਦੂਰ ਕੀਤਾ ਜਾਂਦਾ ਹੈ। ਨਹੀਂ ਤਾਂ ਹਨੇਰਾ, ਜਿਸ ਦੀਆਂ ਇਹ ਦੁਨਿਆਵੀ ਅੱਖਾਂ ਦੇ ਵਿੱਚ ਰੌਸ਼ਨੀ ਨਹੀਂ, ਜਿਨ੍ਹਾਂ ਨੂੰ ਇਹਨਾਂ ਦੁਨਿਆਵੀ ਅੱਖਾਂ ਦੇ ਨਾਲ ਵਿਖਦਾ ਨਹੀਂ, ਉਹਨਾਂ ਨੂੰ ਹਨੇਰੇ ਚਾਨਣ ਦੇ ਨਾਲ ਕੋਈ ਮਤਲਬ ਨਹੀਂ। ਉਹਨਾਂ ਦਾ ਭਾਣੇ ਤਾਂ ਸਦਾ ਹੀ ਹਨੇਰਾ ਹੈ। ਆਮ ਕਰਕੇ ਸੁਣਿਆ ਪੜ੍ਹਿਆ ਜਾਂਦਾ ਹੈ ਵੀ ਜਿਹੜੇ ਉੱਲੂ ਨੇ ਨਾ, ਉਹਨਾਂ ਨੂੰ ਰਾਤ ਨੂੰ ਦਿਸਦਾ, ਦਿਨ ਦੇ ਵਿੱਚ ਉਹਨਾਂ ਦੀ ਅੱਖਾਂ ਦੀਆਂ ਜਿਹੜੀਆਂ ਪੁਤਲੀਆਂ ਨੇ ਉਹ ਕੰਮ ਨਹੀਂ ਕਰਦੀਆਂ। ਬਾਹਰੀ ਚਾਨਣ ਇੰਨਾ ਕਿ ਉਹਨਾਂ ਦੀਆਂ ਪੁਤਲੀਆਂ ਇੰਨੀਆਂ ਕਮਜ਼ੋਰ ਕਹਿ ਲਈਏ ਵੀ ਉਹ ਉਸ ਚਾਨਣ ਨੂੰ ਵੇਖ ਨਹੀਂ ਸਕਦੀਆਂ, ਤੇ ਉੱਲੂ ਨੂੰ ਹਨੇਰੇ ਵਿੱਚ ਹੀ ਦਿਖਦਾ ਹੈ। ਹੁਣ ਉੱਲੂ ਕਹੇ ਵੀ ਚਾਨਣ ਕੋਈ ਹੁੰਦਾ ਹੀ ਨਹੀਂ, ਚਾਨਣ ਤਾਂ ਹੈ ਹੀ ਕੋਈ ਨਹੀਂ, ਕੋਈ ਰੌਸ਼ਨੀ ਨਹੀਂ, ਹਨੇਰਾ ਹੀ ਹਨੇਰਾ ਬਸ। ਤੇ ਇਹ ਤਾਂ ਕਦੇ ਹੋ ਨਹੀਂ ਨਾ ਸਕਦਾ ਵੀ ਉੱਲੂ ਦੇ ਕਹੇ ਦਿਨ ਖਤਮ ਹੋ ਜਾਵੇ, ਚਾਨਣ ਖਤਮ ਹੋ ਜਾਵੇ। ਤੇ ਬਸ ਵੈਸੇ ਹੀ, ਉਸੇ ਹੀ ਤਰੀਕੇ ਨਾਲ ਜਦੋਂ ਅਸੀਂ ਗੁਰਮਤਿ ਦੀ ਰੌਸ਼ਨੀ ਨੂੰ ਵੇਖਾਂਗੇ ਤਾਂ ਮੇਰੇ ਬਾਲਕ ਜੀ ਨੇ ਵਚਨ ਬਾਣੀ ਵਿੱਚ ਦਰਜ ਕਰ ਦਿੱਤੇ। ਕਹਿੰਦੇ ਗੁਰਬਾਣੀ ਇਸ ਜਗ ਮਹਿ ਚਾਨਣ ਕਰਮ ਵਸੈ ਮਨ ਆਏ। ਕਹਿੰਦੇ ਗੁਰਬਾਣੀ ਇਸ ਜਗਤ ਸੰਸਾਰ ਦੇ ਵਿੱਚ ਚਾਨਣ ਹੈ।
ਜਿਹੜੇ ਕਰਮ ਕਰਦੇ ਹਾਂ ਉਹ ਕਰਮ ਜੇਕਰ ਸਾਡੇ ਗੁਰਮਤਿ ਦੇ ਅਨੁਸਾਰ ਹੋ ਜਾਣ, ਗੁਰਬਾਣੀ ਜੋ ਗੁਰ ਕਹੈ ਸੋਈ ਭਲ ਮਾਨੋ, ਹਰ ਹਰ ਕਥਾ ਨਿਰਾਲੀ। ਇਹੀ ਦੱਸਿਆ ਸੀ ਨਾ ਮੇਰੇ ਪਾਤਸ਼ਾਹ ਜੀ ਨੇ ਵੀ ਜਦੋਂ ਸਿੱਖਾਂ ਦੇ ਜੀਵਨ ਦੇ ਵਿੱਚ ਗੁਰਬਾਣੀ ਆ ਗਈ, ਗੁਰਬਾਣੀ ਵਸ ਗਈ, ਤੂੰ ਗੁਰੂ ਦੇ ਨਾਲ ਗੱਲਾਂ ਕਰਨ ਲੱਗ ਪਿਆ, ਤੇਰੀ ਪਰਮਾਤਮਾ ਦੇ ਨਾਲ ਨੇੜਤਾ ਬਣਨ ਲੱਗ ਜਾਵੇਗੀ। ਪਰਮਾਤਮਾ ਦੇ ਨਾਲ ਨੇੜਤਾ, ਉੱਥੇ ਸਰੀਰ ਨੂੰ ਕੁਛ ਨਹੀਂ, ਨਾ ਨਾ, ਉੱਥੇ ਮੇਰੇ ਪਾਤਸ਼ਾਹ ਜੀ ਨੇ ਗੁਰਬਾਣੀ ਦੇ ਜ਼ਰੀਏ ਤੈਨੂੰ ਪਰਮਾਤਮਾ ਦੇ ਨਾਲ ਹੀ ਮੇਲ ਦੇਣਾ ਹੈ। ਦੇਖੋ ਆ ਨਵਾਂ ਮਹੀਨਾ ਚੜ੍ਹਿਆ, ਇੱਥੇ ਵੀ ਮੇਰੇ ਪਾਤਸ਼ਾਹ ਜੀ ਨੇ ਬੜੇ ਸੋਹਣੇ ਬਚਨ ਕਹੇ। 12 ਮਾਹ ਦੇ ਜਦੋਂ ਸ਼ੁਰੂਆਤ ਹੁੰਦੀ ਹੈ ਨਾ 135 ਅੰਗ ਉੱਪਰ 134 ਤੇ ਉੱਥੇ ਅਸੀਂ ਪਹਿਲੀਆਂ ਪੰਗਤੀਆਂ ਇਹ ਪੜ੍ਹੀਆਂ, ਕਿਰਤ ਕਰਮ ਕੇ ਵਿਛੜੇ ਕਰ ਕਿਰਪਾ ਮਿਲੋ ਰਾਮ। ਆਪਣੀ ਜ਼ਿੰਦਗੀ ਦੇ ਵਿੱਚ ਕੀਤੇ ਹੋਏ ਕਰਮਾਂ ਦੇ ਕਰਕੇ, ਕਿਉਂਕਿ ਕਰਮ ਕੀਤੇ ਜ਼ਿੰਦਗੀ ਦੇ ਵਿੱਚ ਜਨਮ ਲੈ ਕੇ ਕੀਤੇ ਨਾ, ਜਿਹੜੇ ਕਰਮ ਕੀਤੇ ਉਹਨਾਂ ਕਰਮਾਂ ਦੇ ਕਰਕੇ ਅਸੀਂ ਪਰਮਾਤਮਾ ਤੋਂ ਵਿਛੜ ਗਏ। ਕਿਰਤ ਕਰਮ ਕੇ ਵਿਛੜੇ, ਹੁਣ ਬੇਨਤੀ ਕੀਤੀ, ਅਰਜ਼ੋਈ ਕੀਤੀ, ਜਦੋਂ ਪਤਾ ਲੱਗ ਗਿਆ ਵੀ ਅਸੀਂ ਵਿਛੜੇ ਹੋਏ ਹਾਂ ਆਪਣੇ ਕਰਮਾਂ ਕਰਕੇ, ਫਿਰ ਬੇਨਤੀ ਕੀਤੀ ਕਰ ਕਿਰਪਾ ਮਿਲੋ ਰਾਮ। ਹੇ ਦਾਤਾ ਜੀ, ਅਕਾਲ ਪੁਰਖ ਜੀ, ਤੁਸੀਂ ਮੇਲ ਲਵੋ ਕਿਰਪਾ ਕਰਕੇ, ਮੈਨੂੰ ਮਿਲਣਾ ਨਹੀਂ ਆਉਂਦਾ, ਮੈਨੂੰ ਤੇਰੇ ਦਰ ਦਾ ਨਹੀਂ ਪਤਾ ਪਾਤਸ਼ਾਹ, ਮੈਨੂੰ ਕਿਰਪਾ ਕਰਕੇ ਸੋਝੀ ਬਖਸ਼ ਤੇ ਮੈਨੂੰ ਮੇਲ ਲੈ ਆਪਣੇ ਚਰਨਾਂ ਦੇ ਵਿੱਚ। ਜਦੋਂ ਅਰਜ਼ੋਈ ਕੀਤੀ ਨਾ, ਅਰਦਾਸ ਕੀਤੀ, ਫਿਰ ਪਾਤਸ਼ਾਹ ਜੀ ਸੁਣਦੇ ਨੇ। ਫਿਰ ਤੂੰ ਉਸ ਦਰ ਉੱਤੇ ਪ੍ਰਵਾਨ ਕਰੇਗਾ, 4 ਕੁੰਟ ਦਹ ਦਿਸ ਭ੍ਰਮੇ ਥੱਕ ਆਏ ਪ੍ਰਭ ਕੀ ਸ਼ਾਮ। ਪਾਤਸ਼ਾਹ ਜੀ ਮੈਂ ਸਾਰੀਆਂ ਦਿਸ਼ਾਵਾਂ, ਧਰਤੀ ਦਾ ਹਰ ਕੋਨਾ ਫੋਲ ਛੱਡਿਆ, ਮੈਂ ਢੂੰਡ ਛੱਡਿਆ, ਪਰ ਮੈਨੂੰ ਸੁੱਖ ਨਹੀਂ ਮਿਲਿਆ, ਨਹੀਂ ਮਿਲਿਆ ਸੁੱਖ ਮੈਨੂੰ ਪਾਤਸ਼ਾਹ ਜੀ। ਦੁੱਖ ਤਦੇ ਜਾਂ ਵਿਸਰ ਜਾਈ, ਤੂੰ ਮੈਥੋਂ ਵਿਸਰਿਆ ਸੀ ਪਾਤਸ਼ਾਹ, ਮੇਰੀ ਮੱਤ ਵਿੱਚੋਂ ਤੂੰ ਨਿਕਲਿਆ ਸੀ, ਇਸ ਕਰਕੇ ਦੁੱਖ ਵਿਆਪ ਪਏ, ਇਸ ਕਰਕੇ ਦੁੱਖ ਆ ਗਏ ਨਾ। ਤਬ ਤੱਕ ਕਰਮ ਕਮਾਵਣੇ ਦੋਸ਼ ਨਾ ਕਾਹੂ, ਜੋਗ ਪਰਮੇਸ਼ਰ ਤੇ ਭੁੱਲਿਆ ਵਿਆਪਣ ਸਭੇ ਰੋਗ। ਸਾਡਾ ਇਹ ਮਹੀਨਾ ਹੀ ਇੱਥੋਂ ਸ਼ੁਰੂ ਹੋਇਆ ਵੀ ਤੈਨੂੰ ਚੇਤਾ ਰਹੇ ਪਰਮਾਤਮਾ, ਭੁੱਲੇ ਨਾ ਕਦੇ। ਜੇ ਤੂੰ ਪਰਮਾਤਮਾ ਨੂੰ ਭੁੱਲ ਗਿਆ ਤਾਂ ਤੇਰੀ ਜ਼ਿੰਦਗੀ ਦੇ ਵਿੱਚ ਦੁੱਖ ਤੇ ਰੋਗਾਂ ਨੇ ਘਰ ਪਾ ਲੈਣਾ। ਜੇ ਤੂੰ ਪਰਮਾਤਮਾ ਨੂੰ ਚੇਤਾ ਰੱਖਿਆ, ਫਿਰ ਪਰਮੇਸ਼ਰ ਦਿੱਤਾ ਬੰਨਾ, ਦੁੱਖ ਰੋਗ ਕਾ ਡੇਰਾ ਭੰਨਾ। ਪਾਤਸ਼ਾਹ ਜੀ ਕਹਿੰਦੇ ਤੇਰੇ ਦੁੱਖਾਂ ਦਾ ਜਿਹੜਾ ਘਰ ਬਣਿਆ ਸੀ ਨਾ, ਤੇਰੇ ਸਰੀਰ ਵਿੱਚ ਚਿੰਤਾਵਾਂ, ਫਿਕਰ, ਤੌਖਲੇ ਬਣੇ ਸੀ, ਉਹ ਮਿਟ ਜਾਣਗੇ, ਕੱਟੇ ਜਾਣਗੇ। ਇਹੀ ਗੱਲ ਸਾਨੂੰ ਭਗਤ ਕਬੀਰ ਜੀ ਸਿਖਾ ਰਹੇ ਨੇ ਅੱਜ। ਭਗਤ ਕਬੀਰ ਜੀ ਨੇ ਬੜੇ ਸੁੰਦਰ ਬਚਨਾਂ ਵਿੱਚ ਇਹ ਸਾਨੂੰ ਦੱਸਣ ਦਾ ਯਤਨ ਕੀਤਾ ਕਿ ਮਨੁੱਖ ਨੇ ਪਰਮਾਤਮਾ ਦੇ ਨਾਲ ਪਿਆਰ ਕਿਹੋ ਜਿਹਾ ਰੱਖਣਾ। ਆਪਾਂ ਕਹਿੰਦੇ ਹਾਂ ਨਾ, ਫਲਾਣੇ ਬੰਦੇ ਲਈ ਮੈਂ ਆਪਣੀ ਜਾਨ ਵਾਰ ਦੇਵਾਂਗਾ, ਆਪਣੇ ਭਰਾ ਲਈ ਕੋਈ ਵਿਰਲਾ ਹੀ ਕਹਿੰਦਾ, ਆਪਣੇ ਪਰਿਵਾਰ ਲਈ ਕੋਈ ਵਿਰਲਾ ਹੀ ਕਹਿੰਦਾ, ਆਪਣੇ ਪਿਓ ਬਾਪ ਮਾਂ ਬਾਪ ਦੇ ਲਈ ਕੋਈ ਵਿਰਲਾ ਹੀ ਕਹਿੰਦਾ ਕਿ ਮੈਂ ਸਾਰੀ ਜ਼ਿੰਦਗੀ ਇਹਨਾਂ ਤੋਂ ਵਾਰ ਦੇਵਾਂਗਾ। ਉਂਝ ਬਥੇਰਾ ਕਹਿ ਦਿੰਦੇ ਆ। ਅੱਜ ਇਹੀ ਇੱਕ ਅਰਜ਼ੋਈ ਭਗਤ ਕਬੀਰ ਜੀ ਨੇ ਆਸਾ ਰਾਗ ਦੇ ਵਿੱਚ ਕੀਤੀ। ਕਹਿੰਦੇ ਕਰਵਤ ਭਲਾ ਨਾ ਕਰਵਟ ਤੇਰੀ। ਕਰਵਤ ਕਹਿੰਦੇ ਨੇ ਪਿਆਰ ਵਾਲਿਓ ਆਰੇ ਨੂੰ। ਆਰਾ ਤਾਂ ਸਾਰਿਆਂ ਨੇ ਵੇਖਿਆ ਆਪਾਂ, ਜਿਸ ਦੇ ਨਾਲ ਲੱਕੜਾਂ ਆਦਿ ਕੱਟੀ ਜਾਂਦੀ ਹੈ ਨਾ, ਲੱਕੜ ਕੱਟੀ ਜਾਂਦੀ ਹੈ, ਉਹ ਆਰਾ ਕਿਹਾ ਜਾਂਦਾ। ਛੋਟੀ ਆਰੀ ਵੱਡਾ ਆਰਾ ਹੁੰਦਾ। ਕਰਵਤ ਦਾ ਅਰਥ ਹੈ ਜੀ ਆਰਾ। ਭਗਤ ਕਬੀਰ ਜੀ ਕਹਿੰਦੇ ਮੈਨੂੰ ਭਲਾ ਹੈ, ਕਰਵਤ ਭਲਾ ਨਾ ਕਰਵਟ ਤੇਰੀ। ਮੈਨੂੰ ਤੇਰਾ ਮੁੱਖ ਮੋੜਨਾ ਪ੍ਰਵਾਨ ਨਹੀਂ। ਨਾ ਨਾ ਪਾਤਸ਼ਾਹ ਜੀ, ਤੁਹਾਡਾ ਮੁੱਖ ਨਹੀਂ ਮੁੜਨਾ ਚਾਹੀਦਾ। ਮੈਂ ਤੁਹਾਨੂੰ ਇੰਨਾ ਪਿਆਰ ਕਰਾਂਗਾ, ਮੇਰੀ ਪ੍ਰੀਤ ਇੰਨੀ ਤੁਹਾਡੇ ਨਾਲ ਬਣੇਗੀ, ਮੇਰੀ ਯਾਦ ਸਿਮਰਨ ਚੇਤਾ ਇੰਨਾ ਤੁਹਾਡੇ ਨਾਲ ਬਣੇਗਾ ਵੀ ਤੁਸੀਂ ਮੈਨੂੰ ਕਦੇ ਇਹ ਨਾ ਜਾਪੇ ਵੀ ਤੁਸੀਂ ਮੇਰੇ ਵੱਲੋਂ ਮੁੱਖ ਮੋੜਿਆ ਹੋਇਆ। ਕਈ ਵਾਰ ਮਨੁੱਖ ਕਹਿ ਦਿੰਦਾ ਨਾ, ਜਦੋਂ ਕੋਈ ਦੁੱਖ ਆ ਜਾਵੇ
ਵੀ ਰੱਬ ਤਾਂ ਸਾਡੇ ਵੱਲ ਵੇਖਦਾ ਹੀ ਨਹੀਂ ਭਲਿਓ। ਸਤਿਗੁਰ ਜਾਗਤਾ ਹੈ ਦਿਓ, ਭੂਲੀ ਮਾਲਣੀ ਹੈ ਇਹੋ। ਸਤਿਗੁਰੂ ਹਮੇਸ਼ਾ ਜਾਗਦਾ, ਉਹਦਾ ਵੇਖਦਾ, ਨਜ਼ਰ ਦੇ ਨਾਲ ਵੇਖ ਰਿਹਾ। ਇਹ ਤਾਂ ਹੁਣ ਸਾਨੂੰ ਕੋਸ਼ਿਸ਼ ਕਰਨੀ ਪਵੇਗੀ। ਸਾਨੂੰ ਵਾਰ-ਵਾਰ ਪਾਤਸ਼ਾਹ ਜੀ ਨੇ ਸਮਝਾਇਆ, ਐਸਾ ਕੰਮ ਮੂਲੇ ਨਾ ਕੀਤੇ ਜਿਤ ਅੰਤ ਪਛਤਾਈ ਹੈ। ਕਹਿੰਦੇ ਇਹੋ ਜਿਹਾ ਕੰਮ ਨਾ ਕਰੀ ਜੇ ਬਾਅਦ ਵਿੱਚ ਪਛਤਾਉਣਾ ਪਵੇ। ਕਰਵਤ ਭਲਾ ਨਾ ਕਰਵਟ ਤੇਰੀ, ਮੈਨੂੰ ਕਰਵਤ ਆਰਾ ਭਲਾ ਹੈ ਸਰੀਰ ਉੱਤੇ ਚੱਲ ਜਾਣਾ, ਪਰ ਮੈਨੂੰ ਤੇਰੀ ਕਰਵਟ ਮੁੱਖ ਮੋੜ ਲੈਣਾ ਪ੍ਰਵਾਨ ਨਹੀਂ। ਲਾਗ ਗਲੇ ਸੁਣ ਬਿਨਤੀ ਮੇਰੀ। ਕਦੇ ਕਦੇ ਨਾ ਵੇਖਿਆ ਕਰੋ, ਘਰਾਂ ਦੇ ਵਿੱਚ ਆਮ ਬੜੇ ਵਰਤਾਰੇ ਵਰਤਦੇ ਨੇ। ਕਰਾਮਾਤੀ ਕਹਿ ਲਈਏ ਵੀ ਘਰ ਦੇ ਵਿੱਚ ਵੀ ਕਰਾਮਾਤ ਵਰਤ ਜਾਂਦੀ ਹੈ। ਜਦੋਂ ਗੁਰਬਾਣੀ ਨੂੰ ਸਮਝਣ ਲੱਗ ਪਏ ਨਾ, ਫਿਰ ਘਰ ਦੇ ਵਿੱਚੋਂ ਸਾਨੂੰ ਪਰਮਾਤਮਾ ਦੇ ਪ੍ਰਤੀ ਪਿਆਰ ਪੈਦਾ ਹੋ ਜਾਵੇਗਾ। ਦੇਖੋ ਭਗਤ ਕਬੀਰ ਜੀ ਨੇ ਸ਼ਬਦ ਵਰਤੇ, ਲਾਗ ਗਲੇ ਸੁਣ ਬਿਨਤੀ ਮੇਰੀ। ਮੇਰੇ ਗਲੇ ਨਾਲ ਲੱਗ ਕੇ, ਕਲਾਵੇ ਵਿੱਚ ਲੈ ਕੇ, ਮੈਨੂੰ ਜੱਫੀ ਵਿੱਚ ਲੈ ਕੇ, ਆਪਣੀ ਬੁੱਕਲ ਵਿੱਚ ਲੈ ਕੇ, ਪਾਤਸ਼ਾਹ ਜੀ ਮੇਰੀ ਬੇਨਤੀ ਸੁਣੋ। ਬੱਚਾ ਹੁੰਦਾ ਨਾ, ਬੱਚੇ ਨੇ ਜਦੋਂ ਕੁਝ ਮੰਗਣਾ ਹੁੰਦਾ ਨਾ, ਫਿਰ ਉਹ ਬਾਪ ਦੀ ਗੋਦੀ ਵਿੱਚ ਜਾ ਕੇ ਉਸ ਦੇ ਗਲੇ ਨਾਲ ਲੱਗ ਜਾਂਦਾ, ਆਪਣੇ ਬਾਪ ਨੂੰ ਪਿਆਰ ਕਰਦਾ, ਆਪਣੀ ਮਾਂ ਨੂੰ ਪਿਆਰ ਕਰਦਾ, ਮਾਂ ਦਾ ਮੁਖ ਚੁੰਮਦਾ, ਮਾਂ ਦੇ ਨਾਲ ਇਹ ਕਹਿ ਲਈਏ ਵੀ ਬਹੁਤ ਪਿਆਰ ਦੇ ਨਾਲ ਪੋਲੀਆਂ ਪੋਲੀਆਂ ਗੱਲਾਂ ਕਰਦਾ ਵੀ ਮਾਂ ਮੈਨੂੰ ਆਹ ਚਾਹੀਦਾ, ਤੇ ਮਾਂ ਹੱਸ ਕੇ ਕਹਿ ਦਿੰਦੀ ਆ, ਹਾਂ ਪੁੱਤ ਵੇ ਤੂੰ ਲੈ ਲੈ। ਕਦੇ ਮਾਂ ਨੇ ਜਵਾਬ ਦਿੱਤਾ, ਜਿਹੜੀ ਚੀਜ਼ ਦੇਣ ਵਾਲੀ ਆ, ਜਿਹੜੀ ਚੀਜ਼ ਬੱਚੇ ਦੇ ਅਨੁਕੂਲ ਹੈ, ਉਹ ਮਾਂ ਨੇ, ਬਾਪ ਨੇ ਹਰ ਇੱਕ ਰੀਝ ਪੁਗਾਈ। ਜੋ ਚੀਜ਼ ਉਸ ਦੇ ਜੀਵਨ ਵਿੱਚ ਚੰਗੀ ਸਾਬਤ ਹੁੰਦੀ ਹੈ, ਨਾ ਕਿ ਮੰਦੀ। ਨਾ ਕਦੇ ਬੱਚੇ ਨੇ ਜਦੋਂ ਤੁਰਦੇ ਫਿਰਦੇ ਬੱਚੇ ਨੇ ਰੁੜਦੇ ਨੇ ਆ ਕੇ ਵੇਖਿਆ ਵੀ ਅੱਗ ਬੜੀ ਚਮਕਦੀ ਹੈ ਤੇ ਹੱਥ ਪਾਉਣ ਲੱਗਿਆ ਨਾ, ਮਾਂ ਨੇ ਰੋਕ ਦਿੱਤਾ, ਨਾ ਇਹ ਤੇਰੇ ਕੰਮ ਦੀ ਚੀਜ਼ ਨਹੀਂ, ਇਹ ਤੇਰੇ ਹੱਥ ਨੂੰ ਜਲਾ ਦੇਵੇਗੀ, ਤੈਨੂੰ ਦੁੱਖ ਦੇਵੇਗੀ, ਤੈਨੂੰ ਸੁੱਖ ਨਹੀਂ ਦੇਵੇਗੀ। ਮਾਂ ਨੂੰ ਪਤਾ ਹੈ, ਤੇ ਮਾਂ ਨੂੰ ਇਹ ਵੀ ਪਤਾ ਵੀ ਇਸ ਨੂੰ ਹੁਣ ਇੱਧਰੋਂ ਮੋੜਨਾ ਤਾਂ ਇਸ ਨੂੰ ਕੋਈ ਦੂਜੀ ਚੀਜ਼ ਵੀ ਤਾਂ ਦੇਣੀ ਪਵੇਗੀ ਨਾ, ਨਹੀਂ ਅੱਗ ਦੇ ਵੱਲ ਫੇਰ ਆਵੇਗਾ। ਮਾਂ ਨੇ ਰੋਟੀ ਦਾ ਟੁੱਕ ਤੋੜ ਕੇ ਦੇ ਦਿੱਤਾ, ਆਪਣੇ ਪੁੱਤਰ ਦੇ ਹੱਥ ਵਿੱਚ ਰੋਟੀ ਦਾ ਟੁੱਕ ਤੋੜ ਕੇ ਦੇ ਦਿੱਤਾ ਵੀ ਲੈ। ਐਸਾ ਪਿਆਰ ਕਿਤੇ ਸਾਡਾ ਉਸ ਦਾਤੇ ਨਾਲ ਵੀ ਬਣ ਜਾਵੇ। ਲਾਗ ਗਲੇ ਸੁਣ ਬਿਨਤੀ ਮੇਰੀ, ਪਾਤਸ਼ਾਹ ਜੀ ਮੈਂ ਤੁਹਾਡੇ ਗਲੇ ਨਾਲ ਲੱਗ ਕੇ ਇੱਕ ਬੇਨਤੀ ਕਰਨ ਲੱਗਿਆ, ਤੁਹਾਡੀ ਬੁੱਕਲ ਵਿੱਚ ਆ ਕੇ ਮੈਨੂੰ ਆਪਣੀ ਬੁੱਕਲ ਦਾ ਸਹਾਰਾ ਦੇਵੋ, ਆਪਣੀ ਗੋਦ ਦਾ ਆਨੰਦ ਦੇਵੋ। ਤੇ ਹੁਣ ਜਦੋਂ ਬੇਨਤੀ ਕੀਤੀ ਨਾ, ਅਰਜ਼ੋਈ ਕੀਤੀ, ਉੱਥੇ ਇਹੀ ਗੱਲ ਕਹਿ ਦਿੱਤੀ ਵੀ ਮੈਨੂੰ ਤੇਰੇ ਤੋਂ ਮੁਖ ਮੋੜਿਆ ਪ੍ਰਵਾਨ ਨਹੀਂ। ਕਰਵਤ ਭਲਾ ਨਾ ਕਰਵਟ ਤੇਰੀ, ਲਾਗ ਗਲੇ ਸੁਣ ਬਿਨਤੀ ਮੇਰੀ। ਹਉ ਵਾਰੀ ਮੁਖ ਫੇਰ ਪਿਆਰੇ, ਕਰਵਟ ਦੇ ਮੂੰਹ ਕੋ ਕਾਹੇ ਕੋ ਮਾਰੇ। ਕਹਿੰਦੇ ਪਾਤਸ਼ਾਹ ਜਦੋਂ ਮੇਰੀ ਵਾਰੀ ਆਈ, ਮੁਖ ਮੋੜ ਲਵੇਂ, ਇਹ ਸੋਭਦਾ ਨਹੀਂ। ਪਤਾ ਨਹੀਂ ਮਨੁੱਖਾ ਸੋਚ ਹੈ ਨਾ, ਵੀ ਮਨੁੱਖਾ ਸੋਚ ਹੀ ਹੈ ਨਾ। ਭਗਤ ਕਬੀਰ ਜੀ ਵੀ ਇਹੀ ਸੋਚ ਸਾਹਮਣੇ ਰੱਖ ਰਹੇ ਨੇ ਵੀ ਮਨੁੱਖ ਦੀ ਸੋਚ ਬਣ ਜਾਂਦੀ ਏ ਵੀ ਸ਼ਾਇਦ ਪਰਮਾਤਮਾ ਨੇ ਸਾਡੇ ਤੋਂ ਮੁੱਖ ਮੋੜਿਆ। ਨਹੀਂ, ਪਰਮਾਤਮਾ ਤਾਂ ਸਾਰਿਆਂ ਨੂੰ ਵੇਖ ਰਿਹਾ। ਜਿਵੇਂ ਸੂਰਜ ਤੋਂ ਆ ਰਹੀਆਂ ਸੂਰਜ ਦੀਆਂ ਕਿਰਨਾਂ ਸਾਰੇ ਥਾਵਾਂ ਉੱਤੇ, ਅਮੀਰ ਗਰੀਬ ਉੱਤੇ ਬਰਾਬਰ ਦੀਆਂ ਪੈ ਰਹੀਆਂ, ਉੱਚੇ ਨੀਵੇਂ ਥਾਂ ਉੱਤੇ, ਚੰਗੇ ਤੇ ਗੰਦੇ ਥਾਂ ਉੱਤੇ, ਕਹਿ ਲਈਏ ਫੁੱਲ ਤੇ ਗੰਦਗੀ ਦੇ ਉੱਤੇ ਕਿਰਨਾਂ ਬਰਾਬਰ ਪੈ ਰਹੀਆਂ। ਕਿਰਨਾਂ ਦਾ, ਪ੍ਰਕਾਸ਼ ਦਾ, ਜਾਂ ਕਹਿ ਲਈਏ ਵੀ ਜਿਹੜੀ ਤਪਸ ਹੈ ਸੂਰਜ ਦੀਆਂ ਕਿਰਨਾਂ ਦੀ, ਉਹਦਾ ਕਿਸੇ ਨਾਲ ਕੋਈ ਵਿਤਕਰਾ ਨਹੀਂ। ਉੱਥੇ ਸਾਰਿਆਂ ਵਿੱਚ ਇੱਕ ਸਮਾਨਤਾ ਹੈ, ਇੱਕ ਬਰਾਬਰਤਾ ਹੈ। ਬਸ ਉਸੇ ਤਰ੍ਹਾਂ ਹੀ ਸਤਿਗੁਰੂ ਸਭ ਨੂੰ ਵੇਖ ਰਿਹਾ। ਮਨੁੱਖੀ ਮਨ ਦਾ ਭੁਲੇਖਾ ਵੀ ਸ਼ਾਇਦ ਮੁੱਖ ਮੋੜਿਆ, ਇਸ ਕਰਕੇ ਉਹ ਬੇਨਤੀ ਕਰਨ ਲੱਗ ਪਿਆ, ਪਾਤਸ਼ਾਹ ਮੇਰੇ ਤੇ ਵੀ ਨਜ਼ਰ ਕਰ, ਨਜ਼ਰ ਕਰ। ਹਉ ਵਾਰੀ ਮੁਖ ਫੇਰ ਪਿਆਰੇ, ਕਰਵਟ ਦੇ ਮੂੰਹ ਕੋ ਕਾਹੇ ਕੋ ਮਾਰੇ। ਹੁਣ ਅੱਗੇ ਮਰਨ ਦੀ ਜਾਂਚ ਦੱਸ ਦਿੱਤੀ ਵੀ ਜਦੋਂ ਪਿਆਰ ਵਿੱਚ ਮਰਿਆ ਜਾਂਦਾ, ਜਦੋਂ ਭਗਤੀ ਕਰਦੇ ਨੇ ਨਾ, ਭਗਤੀ ਕਰਦੇ ਨੇ ਤਾਂ ਉਦੋਂ ਪਿਆਰ ਅੰਦਰ ਚਾਅ ਕਿੰਨਾ ਪੈਦਾ ਹੁੰਦਾ। ਪਾਤਸ਼ਾਹ ਜੀ ਨੇ ਇਹ ਵੀ ਦੱਸ ਦਿੱਤਾ, ਕਹਿੰਦੇ ਜੋ ਤਨ ਚੀਰੇ
अंग ना मोरों, मोरों का अर्थ है मोड़ो, मोड़ लवां। कहते मेरे शरीर उत्ते भी आन पवे, जो तन चीरे, कहते तन चीरिया जा रहा होवे, तन चीरिया जा रहा होवे, मेरा प्यार दातिया तेरे नाल इन्ना बन जावे भी मेरी जिंदगी दे विचों कदे तू एक पल दे लई भी विसरे ना। आखां जीवां विसरै मर जाऊं, यही दस्सिया ना बाणी ने। जदों आखदा तां मैं जिउंदा हां, जदों परमात्मा जी तुहाडीआं सिफतां सलाहां नूं गाउंदा तां मैं जिउंदा हां। जदों पातशाह जी तू मैनूं विसर जाना ना, मेरी सोच दे विचों विसर जाना, उदों मैं आत्मक तौर ते जमीर दी मौत मर जांदा हां। अपने आप दे विच हंकार दे विच आया होया मैं मर जांदा हां। कदे मैनूं हंकार मार लैंदा, कदे मैनूं लोभ लालच मार लैंदा, कदे मैनूं मोह माया मार लैंदी है। पातशाह मेरे विच इन्नी ताकत नहीं भी मैं इन्हां तों बच सकां, बस तेरा नाम ही है जिहड़ा मैनूं बचा सकदा है। जो तन चीरे अंग ना मोरों, पिंड परै तो प्रीत ना तोरों। कहते पिंड कहते ने शरीर नूं, आम करके पिंडां दी बोली है भी बच्चे का पिंडा कप रहा, पिंडे का अर्थ शरीर। कहते पिंड परै तो प्रीत ना तोरों, कहते मेरे शरीर उत्ते जिड्डा मर्जी कोई भी कष्ट आ जावे मैं तेरे नालों प्रीत नहीं तोड़ांगा। पढ़ते हैं ना जपजी साहब दे विच यही दृढ़ता बख्शिश की है मेरे मालिक की बाणी ने। कहते केतियां दुख भूख सद मार, ए पे दात तेरी दातार। दातार पातशाह जीओ ये तेरी दात है। हुण गड्डियां कारां उत्ते घरां उपर दुकानां दे उपर ये लिखा लेना भी ए पे दात तेरी दातार। ये अद्धी पंक्ति है प्यार वालिओ। जदों पूरी पंक्ति वेखांगे ना भी दातां किहड़ियां ने, किस नूं कहा गया ए पे दात तेरी दातार। पातशाह जी कहंदे, धन गुरु नानक जी कहंदे केतियां दुख, केतियां किन्नियां नूं ही दुख, दुखां दे विच वज्जिया होया दुख ने। सद मार वड्डी भैड़ी तो भैड़ी मार शरीर उत्ते पै रही है दुनियावी तौर ते। केतियां दुख भूख सद मार, बड़ी भुख दे विच भुखमरी विच दुनिया तड़फ रही है। साडियां भुखां किते मुकदियां नहीं, साडी तृष्णा कदे मुकी है ना। पातशाह जी कहते तृष्णा विरले की ही बुझी है। कहते किसी विरले की ही तृष्णा बुझी आ, हर एक दे विच नहीं। नाना बिना संतोख नहीं को राजै, संतोख की दात तो बिना कदे कोई रजिया नहीं। जिन्हें अपनी जिंदगी दे विच संतोख अपना लिया वो रज जाता है, फिर उहदे अंदर तृष्णा की भुख कदे पैदा नहीं होती, मिट जाती है। यही पातशाह जी दसदे ने, कहते जदों शरीर नूं तू अर्पण करेंगे ना अपना आप किते ये भी गल कह दी भगत कबीर जी ने, मेरा मुझ में किछ नहीं, जो किछ है सो तेरा, तेरा तुझको सौंपते क्या लागै मेरा। इत्थे असीं कही जाने आ धीआं पुत्र मेरे, घर मेरा, जमीन मेरी, जायदाद मेरी। इत्थों तक ये भी कह दिता भी गुरु भी मेरा, गुरुद्वारा भी मेरा। कित्थे असीं चले गए, साडी सोच कित्थे चली गई। साडी सोच तां बननी सी साध संगत अस्थान जगमग नूर है। साडी सोच तां इत्थे बननी सी भी साध संगत दे विच आके बैठीए, जिसदा स्थान भाई गुरदास जी ने एडा उच्चा लिख दिता भी यह जगत दे विच नूर है। नूर क्यों कहा? नूर कहा तां क्योंकि बाणी ने सानू समझा दिता विच संगत हर प्रभ वसै जियो। संगत दे विच ही रब वसदा है, संगत दे विच ही रब वसदा नहीं। बाहर भालण वाले तो पहला भी बड़े सी भी जे अज असी बाहर भालण की कोशिश कर रहे हैं ना अपने आप चों, ते संगत तो बिना बाहर भालण की गल कर रहे हैं। बाहर भालण वाले तो पहला भी बड़े सी। बाहर भालण गए जोग मत वाले जोगी जिहड़े सुमेर पर्वत दीआं कंदलां विच जा छुपे भी सानू बाहरों रब मिलेगा। नहीं, मेरे धन गुरु नानक पातशाह जी ने उन्हां नूं हत्थ तो फड़ के वापस घरे लेके आंदा भी घरे आ जा।
घर ना छड्ड, गृहस्थी ना त्याग, ना ना ना, परमात्मा वालों तेरी ड्यूटी लगी है, हुक्म है परमात्मा का तैनू, तेरे घर परिवार दे विच रहिंदे तैनू परमात्मा मिलेगा। भट्ट साहिबान जी ने यही दस्सिया सी ना, राज जोग तै माणियो, कहते मैं पातशाह जी तैनू सदा सिजदा करदा हाँ, तू गृहस्थी जीवन विच रहिंदियां होया इस दुनियावी राज भी कीता ते दुनियावी परिवार विच राज करन दे नाल नाल तू जोग भी माणिया, जुगती भी खट लई परमात्मा नाल जुड़न दी। हुण जदों ये समझांगे भी जौ तन चीरे नी प्रीत, भी परमात्मा दे प्यार विच शरीर भी कट्टिया जावे, भगत कबीर जी कहंदे पिंड खत्म हो जावे, शरीर टोटे टोटे टुकड़े टुकड़े हो जावे, बंद बंद कटिया जावे, खोपर लै जाण। सामने है ना इतिहास साडा, जिन्हां सिंघां सिंघणियां ने धर्म हेत सीस दिते, बंद बंद कटवाए, खोपरियां लोहाइयां, चरखड़ियां ते चढ़े, तन आरियां नाल चराए गए। यही पढ़ते ना, जौ तन चीरे अंग ना मोरों, शरीर उत्ते कष्ट आ जावे, चरखड़ी चल जावे, तुम्बा तुम्बा करके शरीर खिलर जावे, पर कोई परवाह नहीं, कोई परवाह नहीं। कि ये वचन जदों इतिहास को पढ़ांगे साडे सामने नज़र नहीं आउणगे। आउण वाले दिनां दे विच साडे इतिहासक दिहाड़े वड्डे पੱਧਰ उत्ते शुरू हो जाने ने, जिन्हां विच धन गुरु तेग बहादुर पातशाह जी का शहीदी पुरब भी आउणा है। ਉਹਦੇ ਵਿੱਚ ਗੱਲ ਚੱਲਣੀ है मती दास ਦੀ, जिथे भाई मती दास जी आरे दे नाल शरीर का दोफाड़ हो गया, आरे दे नाल देखो भी शरीर उत्ते आरा ਚੱਲਿਆ। वो प्रवान क्यों किया चलना, क्योंकि उन्होंने वचन पढ़े हुए सी भी पातशाह मेरी तेरे नालों धन गुरु तेग बहादुर जी प्रीत ना टुटे, मैं रब दे दर बख्शिश दे पात्र बनना है, गुर प्रसाद मैं गुरु दे प्रसाद दे काबल बनना है, गुरु दी किरपा दे विच मैं आउणा है। साडे मन विच कदे ख्याल ही नहीं आया भी असीं भी गुरु दी किरपा लैनी है, असीं भी गुरु दी किरपा लैनी है। साडे मन विच ख्याल ही नहीं आया। किन्नियां किते मन विच ख्याल आया, साडे विच बैठे असीं आप ही निर्णय कर लईए भी साडे अंदर ख्याल आया भी असीं गुरु दी किरपा लैनी है, गुरु की नज़र दे विच आउणा, गुरु का बचन रूपी आशीर्वाद साडे हमेशा मत दे विच टिकिया रहे। साडे कदे नहीं आया ख्याल मन विच, क्यों? क्योंकि असीं बाणी पढ़नी छड्ड दित्ती, असीं बाणी तो दूर हो गए। इसे करके ही साडे जिहड़े दुख ने, चिंतावां ने, ये खत्म नहीं हो रही। चिंतावां खत्म करनियां ने ਤਾਂ पातशाह जी कहते इस दर उत्ते आउणा पवेगा। थिर घर वैसो हर जन प्यारे, सतगुर तुमरे काज सवारे, तेरे कारज सारे सतगुरु आप वरत के सवारेगा, पर तेनों टिक के बैठना पवेगा। धर जीरे एक टेक तू लाह वडानी आस, ला दे वडानियां आसां होर आशावां, तू होर होर करदा फिरनिया छड्ड दे, इक्को दर उत्ते टिक के बह जा। नानक नाम ध्याईऐ, नानक पातशाह जी ये सानू दस रहे ने भी नाम ध्याईऐ तां कारज आवै रास। कहते जो नाम नूं ध्यावेगा ना तेरे कारज रास आउणगे, सतगुरु तेरे रसना दे विच वस जावे। रसना दे विच साडी रसना दे उत्ते तां किन्ना क्रोध वसिया, ईरखा वसी है, निंदा चुगली द्वैश भावनावां साडी जवान ते बैठियां ने, लचरता साडी जवान ते है, गंदे गीत असीं इस जवान दे नाल गा रहे हां। सच है जी, अपने अपने अंदर पड़चोल करके वेख लवो। सतगुरु तां कहंदे सी भी ये रसना तू अन्न रस राच रही, तेरी प्यास ना जाए। नाना कहते तेरी प्यास जा ही नहीं सकती। भाई गुरदास जी ने भी यही साढ़े सामने वचन रखे। जदों भाई गुरदास जी ने व्याख्या की बाणी की, सौखे ढंग नाल सानू समझा दिता। कहते अखी वेख न रजियां बहु रंग तमाशे, उस्तत निंदा कन सुन रोवण ते हासे, सादी जीव न रजिया कर भोग बलासे, नक न रजा वास लै दुर्गंध सुवासे। कहते रजे है, कहते अखां रज गईयां,
ਸਾਡੀ ਉਮਰ ਕਿੰਨੀ ਕਿੰਨੀ ਬਤੀਤ ਹੋ ਗਈ। ਅਸੀਂ ਬਚਪਨ ਤੋਂ ਜਦੋਂ ਜਨਮ ਹੋਇਆ ਅੱਖਾਂ ਸਾਡੀਆਂ ਖੁੱਲ੍ਹ ਗਈਆਂ, ਇਸ ਦੁਨੀਆ ਨੂੰ ਵੇਖਣ ਲੱਗ ਪਈਆਂ। ਮਾਂ ਨੂੰ ਵੇਖਿਆ, ਮਾਂ ਬਾਪ ਦੇ ਚਿਹਰੇ ਨੂੰ ਵੇਖਿਆ, ਘਰ ਨੂੰ ਵੇਖਿਆ, ਭੈਣ ਭਰਾਵਾਂ ਨੂੰ ਵੇਖਿਆ, ਰਿਸ਼ਤੇਦਾਰਾਂ ਸਾਕ ਸੰਬੰਧੀਆਂ ਨੂੰ ਵੇਖਿਆ। ਵੱਡਾ ਹੋਇਆ ਸਕੂਲ ਵਿੱਚ ਮਿੱਤਰਾਂ ਦੋਸਤਾਂ ਨੂੰ ਵੇਖਿਆ, ਸਕੂਲ ਨੂੰ ਵੇਖਿਆ, ਪੇੜ ਪੌਦੇ ਸਾਰੇ ਹਰ ਇੱਕ ਪ੍ਰਕਿਰਤੀ ਦੇ ਨਿਯਮ ਨੂੰ ਵੇਖਿਆ। ਅੱਖਾਂ ਰੱਜ ਗਈਆਂ। ਮਨੁੱਖ ਰੋਟੀ ਖਾ ਕੇ ਕਹਿ ਲਵੇਗਾ ਵੀ ਨਹੀਂ ਬਸ ਰੱਜ ਗਿਆ, ਪੇਟ ਭਰ ਗਿਆ, ਕਹਿ ਦੇਵੇਗਾ, ਕੋਈ ਸ਼ੱਕ ਨਹੀਂ। ਆਮ ਆਪਾਂ ਰੋਟੀ ਪਾਣੀ ਖਾਣ ਵਾਲੇ ਆ ਸਾਰੇ। ਉੱਥੇ ਮਨੁੱਖ ਕਹਿ ਦੇਵੇਗਾ ਵੀ ਨਹੀਂ ਬਸ ਮੈਨੂੰ ਹੁਣ ਲੋੜ ਨਹੀਂ, ਰੱਜ ਆ ਗਿਆ। ਅੱਖਾਂ ਨੇ ਕਦੇ ਕਿਹਾ ਵੀ ਅਸੀਂ ਵੇਖ ਵੇਖ ਕੇ ਰੱਜ ਚੁੱਕੀਆਂ, ਵੀ ਹੁਣ ਸਾਨੂੰ ਵੇਖਣਾ ਪ੍ਰਵਾਨ ਨਹੀਂ, ਅਸੀਂ ਨਹੀਂ ਵੇਖਦੀਆਂ ਨਾ। ਵਾਰ-ਵਾਰ ਫਿਰ ਵੀ ਹਰ ਥਾਂ ਉੱਤੇ ਵੇਖਣ ਦੀ ਕੋਸ਼ਿਸ਼ ਕੀਤੀ ਜਾਂਦੀ ਹੈ ਵੀ ਉੱਧਰ ਵੀ ਵੇਖ ਲਈਏ, ਉੱਧਰ ਵੀ ਵੇਖ ਲਈਏ, ਪਰ ਨਹੀਂ, ਅੱਖਾਂ ਨੇ ਕਦੇ ਨਹੀਂ ਕਿਹਾ। ਕੰਨ ਕਿੰਨਾ ਕੁਝ ਸੁਣ ਰਹੇ ਨੇ, ਆਪਣੀਆਂ ਮਾਰੀਆਂ ਹੋਈਆਂ ਬਚਪਨ ਵਿੱਚ ਕਿਲਕਾਰੀਆਂ ਵੀ ਸੁਣੀਆਂ, ਆਪਣੇ ਕੰਨਾਂ ਦੇ ਨਾਲ ਰੋਵਣ ਵੀ ਸੁਣੇ, ਹਾਸੇ ਵੀ ਸੁਣੇ, ਉਸਤਤ ਵੀ ਸੁਣੀ, ਨਿੰਦਾ ਵੀ ਸੁਣੀ, ਸਾਰਾ ਕੁਝ ਸੁਣਿਆ। ਕੀ ਕੰਨ ਰੱਜ ਗਏ? ਅੱਜ ਵੀ ਨਹੀਂ ਰੱਜੇ। ਅੱਜ ਵੀ ਉਹੀ ਕੁਝ ਹੈ। ਅੱਜ ਵੀ ਨਿੰਦਾ ਸੁਣੀ ਜਾ ਰਹੀ ਹੈ, ਅੱਜ ਵੀ ਚੁਗਲੀ ਸੁਣੀ ਜਾ ਰਹੀ ਹੈ, ਮੁੱਖ ਨਾਲ ਕੀਤੀ ਜਾ ਰਹੀ ਹੈ। ਜੀਭ ਰੱਜ ਗਈ। ਕਰ ਭੋਗ ਵਿਲਾਸੇ, ਕਹਿੰਦੇ ਬੜੇ ਭੋਗ ਭੋਗੇ, 36 ਪ੍ਰਕਾਰ ਦੇ ਭੋਜਨ ਖਾਧੇ, ਹਰ ਇੱਕ ਨਵਾਂ ਚਖਣ ਨੂੰ ਜੀਭ ਨੇ ਚਾਹਿਆ। ਜੀਭ ਨੇ ਕਦੇ ਕਿਹਾ ਹੀ ਨਹੀਂ ਵੀ ਰੱਜ ਗਈ, ਨਾ, ਕਦੇ ਨਹੀਂ ਕਿਹਾ। ਹਜੇ ਸਬਜ਼ੀਆਂ ਖੇਤਾਂ ਵਿੱਚ ਇਹ ਕਹਿ ਲਈਏ ਵੀ ਹਜੇ ਪੌਦੇ ਬਣਨ ਲੱਗੇ ਨੇ, ਫਲ ਲੱਗਿਆ ਵੀ ਨਹੀਂ, ਸਾਡੀ ਜੀ ਪਹਿਲਾਂ ਹੀ ਕਹੀ ਜਾਂਦੀ ਹੈ ਵੀ ਗੋਭੀ ਆਵੇਗੀ ਅਸੀਂ ਖਾਇਆ ਕਰਾਂਗੇ, ਸਾਗ ਬਣੇਗਾ ਅਸੀਂ ਖਾਇਆ ਕਰਾਂਗੇ। ਇਹੀ ਗੱਲ ਹੈ। ਆਹ ਫਲਾਨਾ ਫਲ ਆ ਗਿਆ ਅਸੀਂ ਖਾਵਾਂਗੇ, ਆਹ ਚੀਜ਼ ਮਿਲ ਗਈ ਖਾਵਾਂਗੇ। ਅਸੀਂ ਕਦੇ ਜੀਭ ਨੇ ਸਾਡੀ ਨੇ ਕਿਹਾ ਵੀ ਰੱਜ ਗਈ? ਨਹੀਂ, ਹੁਣ ਮੈਂ ਨਹੀਂ ਖਾਣਾ, ਬੜੀ ਗੋਭੀ ਖਾ ਲਈ ਮੈਂ ਜੀਭ ਨਾਲ, ਬੜੀਆਂ ਆਈਸਕ੍ਰੀਮਾਂ ਖਾ ਲਈਆਂ ਮੈਂ, ਹੁਣ ਨਹੀਂ ਖਾਣੀਆਂ, ਮੈਂ ਬੜਾ ਕੁਝ ਖਾ ਖਾ ਕੇ ਵੇਖ ਲਿਆ, ਹੁਣ ਨਹੀਂ ਖਾਣਾ। ਕਦੇ ਨਹੀਂ ਕਿਹਾ, ਕਦੇ ਨਹੀਂ ਕਿਹਾ। ਨੱਕ ਨਾਲ ਇੰਨੀਆਂ ਸੁਗੰਧੀਆਂ ਮਾਣ ਲਈਆਂ, ਦੁਰਗੰਧੀਆਂ ਮਾਣ ਲਈਆਂ, ਕਿਤੇ ਭੈੜੀ ਵਾਸ਼ਨਾ ਮਾਣੀ, ਕਿਤੇ ਸੁਗੰਧੀ ਮਾਣੀ, ਕਿਤੇ ਗੁਲਾਬ ਦੀ ਫੁੱਲ ਦੀ ਖੁਸ਼ਬੂ ਮਾਣੀ, ਕਿਤੇ ਗੰਦਗੀ ਦੀ ਬਦਬੂ ਮਾਣੀ। ਨੱਕ ਨੇ ਵੀ ਨਹੀਂ ਕਿਹਾ ਵੀ ਰੱਜ ਗਿਆ, ਨਾ, ਨੱਕ ਨੇ ਵੀ ਨਹੀਂ ਕਿਹਾ ਵੀ ਰੱਜ ਗਿਆ। ਪਾਤਸ਼ਾਹ ਜੀ ਕਹਿੰਦੇ ਬਸ ਇਸੇ ਤਰ੍ਹਾਂ ਹੀ ਮਨ ਬੜਾ ਭੱਜ ਰਿਹਾ, ਮਨ ਪੰਖੀ ਭਇਓ, ਉੱਡ ਉੱਡ ਦਹਿ ਦਿਸ ਜਾਏ। ਕਹਿੰਦੇ ਮਨ ਪੰਛੀ ਦੀ ਤਰ੍ਹਾਂ, ਕਦੇ ਇਸ ਰੁੱਖ 'ਤੇ ਕਦੇ ਉਸ ਰੁੱਖ 'ਤੇ ਨਹੀਂ। ਜਦੋਂ ਟੇਕੇ ਬੈਠੇਗਾ ਨਾ ਫਿਰ ਸੁੱਖ ਮਿਲੇਗਾ। ਜੋ ਸੁੱਖ ਕਉ ਚਾਹੇ ਸਦਾ ਸ਼ਰਨ ਰਾਮ ਕੀ ਲੇਹ। ਕਹਿੰਦੇ ਤੈਨੂੰ ਰਾਮ ਅਕਾਲ ਪੁਰਖ ਦਾਤੇ ਦੀ ਸ਼ਰਨ ਲੈਣੀ ਪਵੇਗੀ, ਤੈਨੂੰ ਤੇਰੇ ਗੁਰੂ ਦੀ ਸ਼ਰਨ ਵਿੱਚ ਬਹਿਣਾ ਪਵੇਗਾ, ਹਜ਼ੂਰੀ ਵਿੱਚ ਬਹਿਣਾ ਪਵੇਗਾ, ਫਿਰ ਤੇਰੀ ਜ਼ਿੰਦਗੀ ਵਿੱਚ ਸੁੱਖ ਆਵੇਗਾ। ਸੁੱਖ ਭਾਲਦਾ ਤਾਂ ਸੱਚੇ ਦਰ ਉੱਤੇ ਟਿਕ ਕੇ ਬੈਠ ਜਾ। ਟਿਕ ਕੇ ਬੈਠਣਾ, ਬਸ ਇੱਕ 'ਤੇ ਭਰੋਸਾ ਰੱਖ ਕੇ ਬਹਿ ਜਾ, ਚਾਹੇ ਚੰਗਾ ਹੋਵੇ ਤੇ ਚਾਹੇ ਮਾੜਾ ਹੋਵੇ। ਫਿਰ ਤੈਨੂੰ ਪਤਾ ਲੱਗ ਜਾਵੇਗਾ ਹੁਕਮ ਰਜਾਈ ਚੱਲਣਾ ਨਾਨਕ ਲਿਖਿਆ ਨਾਲ, ਤੈਨੂੰ ਸਮਝ ਆ ਜਾਵੇਗੀ ਵੀ ਹੁਕਮ ਹੀ ਇਹ ਹੈ। ਫਿਰ ਤੂੰ ਕਦੇ ਨਹੀਂ ਕਹੇਗਾ ਵੀ ਦੁੱਖ ਆ ਗਿਆ, ਹਾਏ ਰੱਬ ਨੇ ਐਂ ਕਰ ਦਿੱਤਾ, ਜੇ ਚੰਗਾ ਕੀਤਾ ਤਾਂ ਮੈਂ ਕੀਤਾ, ਮਾੜਾ ਕੀਤਾ ਤੇ ਰੱਬ ਨੇ ਕੀਤਾ। ਨਾ ਨਾ ਪਿਆਰ ਵਾਲਿਓ, ਜਦੋਂ ਅੰਦਰ ਵਸ ਗਿਆ ਨਾ ਕੇਤਿਆਂ ਦੁੱਖ ਭੂਖ ਸਦ ਮਾਰ, ਇਹ ਬੇਦਾਤ ਤੇਰੀ ਦਾਤਾਰ। ਹੇ ਦਾਤਾਰ ਪਾਤਸ਼ਾਹ ਜੀ, ਇਹ ਵੀ ਤੇਰੀਆਂ ਦਾਤਾਂ ਨੇ। ਦੇਖੋ ਧੰਨ ਗੁਰੂ ਅਰਜਨ ਪਾਤਸ਼ਾਹ ਜੀ ਆਪਣਾ ਆਪ ਤੱਤੀ ਤਵੀ ਤੇ ਸੜਵਾ ਲਿਆ, ਆਪਣਾ ਆਪ ਦੇਗ ਦੇ ਵਿੱਚ ਉਬਾਲ ਲਿਆ, ਆਪਣਾ ਆਪ ਸੀਸ ਉੱਤੇ ਤੱਤੀ ਰੇਤ ਵੀ ਪਈ। ਸਰੀਰ ਸੀ ਨਾ, ਸਰੀਰ ਉੱਤੇ ਕਸ਼ਟ ਆਇਆ। ਹੁਣ ਇਹ ਦੱਸੋ ਤੁਸੀਂ ਆਪਣੇ ਅੰਦਰ ਵਿਚਾਰ ਕਰੋ ਵੀ ਸਾਡੇ ਉੱਤੇ ਕਦੇ ਇੱਦਾਂ ਦਾ ਕਸ਼ਟ ਆਇਆ? ਸਾਡੇ ਉੱਤੇ ਕਦੇ ਇੱਦਾਂ ਦਾ ਕਸ਼ਟ ਆਇਆ ਵੀ ਸਾਡਾ ਸਰੀਰ ਕਿਸੇ ਨੇ ਫੜ ਕੇ ਹੱਥ ਵਿੱਚ, ਸਾਡਾ ਹੱਥ ਸਰੀਰ ਦਾ ਭਾਗ ਹੀ ਹੈ ਨਾ ਹੱਥ, ਵੀ ਤੱਤੇ ਪਾਣੀ ਵਿੱਚ ਡੁਬੋ ਦਿੱਤਾ ਹੋਵੇ, ਧੱਕੇ ਨਾਲ ਉਬਲਦੇ ਪਾਣੀ ਵਿੱਚ ਸਾਡੇ ਹੱਥ ਨੂੰ ਪਾ ਦਿੱਤਾ ਹੋਵੇ? ਕਦੇ ਨਹੀਂ ਆਇਆ। ਧੰਨ ਗੁਰੂ ਅਰਜਨ ਪਾਤਸ਼ਾਹ ਜੀ ਨੂੰ ਸਾਰੇ ਸਰੀਰ ਨੂੰ ਤੱਤੇ ਪਾਣੀ ਵਿੱਚ ਉਬਾਲ ਦਿੱਤਾ। ਮਨ ਵਿੱਚ ਮੂਰਤ ਬਣਾਓ ਵੀ ਕੈਸਾ ਦ੍ਰਿਸ਼ ਹੋਵੇਗਾ।
ਉਸੇ ਨਕਸ਼ੇ ਕਦਮਾਂ ਤੇ ਚੱਲਦਿਆਂ ਹੋਇਆਂ ਵੀ ਧੰਨ ਗੁਰੂ ਅਰਜਨ ਪਾਤਸ਼ਾਹ ਜੀ ਡੋਲੇ ਨਹੀਂ, ਆਪਣਾ ਆਪ ਕੁਰਬਾਨ ਕਰ ਦਿੱਤਾ, ਸਰੀਰ ਤੱਕ ਵਾਰ ਦਿੱਤਾ। ਤੇ ਅੱਗੇ ਜਾ ਕੇ 1675 ਦੇ ਵਿੱਚ ਭਾਈ ਦਿਆਲਾ ਜੀ, ਉਹ ਵੀ ਤਾਂ ਦੇਗਾਂ ਦੇ ਵਿੱਚ ਉਬਾਲੇ ਗਏ ਨਾ। ਦੇਗ ਦਾ ਅਰਥ ਹੈ ਖੁੱਲੇ ਮੂੰਹ ਵਾਲਾ ਵੱਡਾ ਭਾਂਡਾ ਜਿਸ ਵਿੱਚ ਪਾਣੀ ਪਾਇਆ ਗਿਆ। ਪਾਣੀ ਨੂੰ ਉਸ ਖੁੱਲੇ ਮੂੰਹ ਵਾਲੇ ਭਾਂਡੇ ਵਿੱਚ ਉਬਾਲਿਆ ਗਿਆ ਤੇ ਵਿੱਚ ਬਿਠਾਇਆ ਗਿਆ ਬੰਦੇ ਨੂੰ। ਕਦੇ ਸੁਣਿਆ ਵੀ ਬੰਦੇ ਪਾਣੀ ਨਾਲ ਉਬਾਲੇ ਗਏ ਹੋਣ? ਸਬਜ਼ੀ ਵੇਖਦੇ ਹਾਂ, ਕੋਈ ਹੋਰ ਕੱਪੜਾ ਲੀੜਾ ਅਸੀਂ ਬਾਇਲ ਕਰ ਲੈਂਦੇ ਹਾਂ, ਆਲੂ ਤੱਕ ਬਾਇਲ ਕਰ ਲੈਂਦੇ ਹਾਂ, ਹੋਰ ਵੀ ਕਈ ਚੀਜ਼ਾਂ ਅਸੀਂ ਪਾਣੀ ਦੇ ਵਿੱਚ ਉਬਾਲ ਲੈਂਦੇ ਹਾਂ ਤਾਂ ਕਿ ਨਰਮ ਪੈ ਜਾਣ। ਇਸੇ ਕਰਕੇ ਪਰ ਸਰੀਰ ਕਦੇ ਕਿਸੇ ਨੇ ਵੀ ਉਬਲਦਾ ਨਹੀਂ ਵੇਖਿਆ ਸੀ। ਅੱਜ ਧੰਨ ਸ਼੍ਰੀ ਗੁਰੂ ਅਰਜਨ ਪਾਤਸ਼ਾਹ ਜੀ ਦਾ ਸਰੀਰ ਉਬਲਦਾ ਸਾਹਮਣੇ ਵਿਖ ਰਿਹਾ। ਤਵੀ ਦੇ ਉੱਤੇ ਕਹਿੰਦੇ ਪਾਈ ਹੋਈ ਰੋਟੀ ਤਾਂ ਵੇਖੀ ਸੀ ਹਰ ਇੱਕ ਨੇ, ਤਵੇ ਉੱਤੇ ਪ੍ਰਸ਼ਾਦਾ ਪੱਕਦਾ ਤਾਂ ਵੇਖਿਆ ਸੀ, ਪਰ ਸਰੀਰ ਭੁੱਜਦਾ ਕਦੇ ਨਹੀਂ ਵੇਖਿਆ ਸੀ। ਇਦੋਂ ਵੱਡਾ ਦੁੱਖ ਤਾਂ ਕੋਈ ਨਹੀਂ, ਕਿ ਹੈ ਇਦੋਂ ਵੱਡਾ ਦੁੱਖ ਕੋਈ? ਫਿਰ ਫਿਸ ਦੇ ਛਾਲਿਆਂ ਉੱਤੇ, ਜਿਹੜੇ ਛਾਲੇ ਨੇ ਨਾ ਸਰੀਰ ਉੱਤੇ ਉਬਲਣ ਦੇ ਨਾਲ, ਪਾਣੀ ਦੇ ਉਬਾਲ ਨਾਲ ਆਏ ਹੋਏ, ਉਹਨਾਂ ਨੂੰ ਭੰਨਿਆ ਜਾ ਰਿਹਾ। ਭੰਨ ਕੇ ਉਹਨਾਂ ਦਾ ਖੂਨ ਰੋਕਿਆ ਜਾ ਰਿਹਾ। ਕਿਵੇਂ? ਉੱਤੋਂ ਰੇਤ ਪਾ ਕੇ, ਰੇਤਾ ਪਾ ਕੇ, ਸਰੀਰ ਉੱਤੇ ਰੇਤਾ ਪਾ ਕੇ। ਹੁਣ ਜ਼ਖਮ ਹੋਵੇ ਤੇ ਉੱਤੇ ਇਹ ਕਹਿ ਲਈਏ ਵੀ ਨਮਕ ਪਾਇਆ ਜਾ ਰਿਹਾ ਹੋਵੇ, ਨਮਕ ਪਾਇਆ ਜਾ ਰਿਹਾ ਹੋਵੇ ਤੇ ਤਕਲੀਫ ਵਧੇਗੀ ਨਾ। ਐਡੇ ਐਡੇ ਕਸ਼ਟ, ਦੁੱਖ ਪਾਤਸ਼ਾਹ ਜੀ ਨੇ ਆਪਣੇ ਸਰੀਰ ਉੱਤੇ ਸਹਾਰੇ। ਕਿਉਂ? ਕਿਉਂਕਿ ਬਾਣੀ ਵਿੱਚ ਇਕੱਲਾ ਲਿਖਿਆ ਤੇ ਪੜ੍ਹਿਆ ਨਹੀਂ, ਜ਼ਿੰਦਗੀ ਵਿੱਚ ਕਮਾਇਆ। ਜ਼ਿੰਦਗੀ ਵਿੱਚ ਕਮਾਇਆ। ਇਹੀ ਵਚਨ ਪੜ੍ਹੇ ਧੰਨ ਗੁਰੂ ਅਰਜਨ ਪਾਤਸ਼ਾਹ ਜੀ ਨੇ। ਭਗਤ ਕਬੀਰ ਜੀ ਦੀ ਬਾਣੀ ਧੰਨ ਗੁਰੂ ਨਾਨਕ ਪਾਤਸ਼ਾਹ ਜੀ ਨੇ ਇਕੱਤਰ ਕਰ ਲਈ ਸੀ ਨਾ। ਧੰਨ ਗੁਰੂ ਨਾਨਕ ਪਾਤਸ਼ਾਹ ਜੀ ਕੋਲੇ ਭਗਤ ਬਾਣੀ ਆ ਚੁੱਕੀ ਏ ਤੇ ਧੰਨ ਗੁਰੂ ਅਰਜਨ ਪਾਤਸ਼ਾਹ ਜੀ ਨੇ ਆਪਣੀ ਜ਼ਿੰਦਗੀ ਦੇ ਵਿੱਚ ਬਾਣੀ ਪੜ੍ਹੀ ਏ। ਧੰਨ ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਦਾ ਸਰੂਪ ਤਿਆਰ ਕੀਤਾ ਗੁਰੂ ਅਰਜਨ ਪਾਤਸ਼ਾਹ ਜੀ ਨੇ ਆਪ ਲਿਖਵਾਇਆ ਤੇ ਆਪਣੀ ਜ਼ਿੰਦਗੀ ਦੇ ਵਿੱਚ ਇਹ ਵੀ ਅਪਣਾ ਲਿਆ ਵੀ ਐਸੀਆਂ ਅੱਗਾਂ ਦੁਨਿਆਵੀ ਤੌਰ ਤੇ ਵੀ ਸਰੀਰ ਖਤਮ ਕਰ ਸਕਦੀਆਂ ਨੇ, ਪਰ ਸੱਚ ਦੇ ਨਾਲੋਂ, ਅਕਾਲ ਪੁਰਖ ਪਰਮਾਤਮਾ ਦੇ ਨਾਲੋਂ ਪ੍ਰੀਤ ਨਹੀਂ ਟੁੱਟਣੀ ਚਾਹੀਦੀ। ਨਾ ਨਾ, ਪ੍ਰੀਤ ਨਾ ਟੁੱਟੇ ਪਿਆਰਿਓ। ਅੱਜ ਸਾਡੀ ਪ੍ਰੀਤ ਟੁੱਟੀ ਪਈ ਹੈ। ਇਸੇ ਕਰਕੇ ਸਾਡੀ ਜ਼ਿੰਦਗੀ ਦੇ ਵਿੱਚੋਂ ਜਿੰਨੀਆਂ ਤਕਲੀਫਾਂ ਨੇ, ਦੁੱਖ ਨੇ, ਉਹ ਖਤਮ ਨਹੀਂ ਹੋ ਰਹੇ। ਸਾਡੀਆਂ ਮਨ ਦੀਆਂ ਇੱਛਾਵਾਂ ਪੂਰੀਆਂ ਨਹੀਂ ਹੋ ਰਹੀਆਂ। ਕਿਉਂ? ਕਿਉਂਕਿ ਸਾਡੀਆਂ ਮਨ ਦੀਆਂ ਇੱਛਾਵਾਂ ਗੁਰਮਤਿ ਦੇ ਫਲਸਫੇ ਤੋਂ ਪਰੇ ਨੇ। ਵੈਸੇ ਤਾਂ ਪਰਮਾਤਮਾ ਦਾ ਇੱਕ ਅਟੱਲ ਨਿਯਮ ਹੈ, ਸੈਲ ਪੱਥਰ ਮਹਿ ਜੰਤ ਉਪਾਏ, ਤਾਕਾ ਰਿਚਕ ਆਗੇ ਕਰ ਧਰਿਆ। ਪਰਮਾਤਮਾ ਦਾ ਅਟੱਲ ਨਿਯਮ ਹੈ। ਬੰਦਿਆ, ਤੂੰ ਕੀ ਗੱਲ ਸੋਚਦਾ ਵੀ ਤੈਨੂੰ ਕੁਝ ਦੇਣ ਤੋਂ ਪਰਮਾਤਮਾ ਨੇ ਘਾਟ ਰੱਖ ਦਿੱਤੀ? ਨਾ, ਮੇਰਾ ਪਾਤਸ਼ਾਹ ਤਾਂ ਪੱਥਰਾਂ ਦੇ ਵਿੱਚ ਬੈਠੇ ਜੀਵਾਂ ਨੂੰ ਵੀ ਖਾਣ ਨੂੰ ਰਿਜ਼ਕ ਦੇ ਰਿਹਾ। ਸੈਲ ਪੱਥਰ ਮਹਿ ਜੰਤ ਉਪਾਏ। ਇੱਕ ਵਾਰ ਨਾ ਕਹਿੰਦੇ ਕੋਈ ਵਿਗਿਆਨੀ ਪਹਾੜਾਂ ਦੇ ਵਿੱਚ ਖੋਜ ਕਰਨ ਗਿਆ। ਜਦੋਂ ਖੋਜ ਕਰਨ ਗਿਆ, ਖੋਜ ਕਰਦੇ ਕਰਦੇ ਪਹਾੜਾਂ ਦੇ ਵਿੱਚ ਜਦੋਂ ਦਿਨ ਹੋਇਆ, ਕਾਫੀ ਲੰਘ ਗਿਆ, ਸਵੇਰ ਦਾ ਖਾਧਾ ਸੀ, ਸਰੀਰ ਭੁੱਖ ਲੱਗ ਗਈ ਦੁਬਾਰਾ, ਤੇ ਉਸਨੇ ਹੁਣ ਪ੍ਰਸ਼ਾਦੇ ਪਾਣੀ ਦਾ ਪ੍ਰਬੰਧ ਕਰਨਾ ਸ਼ੁਰੂ ਕੀਤਾ। ਅੱਗ ਮਚਾਈ, ਪੱਥਰਾਂ ਨੂੰ ਲੈ ਕੇ ਚੁੱਲ੍ਹਾ ਬਣਾਇਆ। ਇੱਕ ਚਪਟਾ ਪੱਥਰ ਲੈ ਕੇ ਨਾ, ਤਵੇ ਦੇ ਵਾਂਗੂ ਗੋਲ ਜਿਹਾ ਪੱਥਰ ਲੈ ਕੇ ਵੱਡਾ ਸਾਰਾ, ਉਸ ਨੂੰ ਉਸ ਅੱਗ ਉੱਪਰ ਰੱਖ ਕੇ ਆਟਾ ਗੁੰਨ ਲਿਆ, ਸਾਰਾ ਕੁਝ ਕਰ ਲਿਆ ਵੀ ਰੋਟੀ ਬਣਾ ਲਵਾਂ। ਹੁਣ ਰੋਟੀ ਬਣਾਉਣ ਦੇ ਲਈ ਤਾਂ ਰੋਟੀ ਵੇਲ ਕੇ ਉਸ ਉੱਤੇ ਪਾਈ, ਉਸ ਉੱਪਰ ਪਾਈ, ਰੋਟੀ ਦਾ ਪਾਸਾ ਬਦਲਿਆ, ਰੋਟੀ ਪੱਕ ਗਈ ਕੁਝ ਸਮੇਂ ਬਾਅਦ। ਰੋਟੀ ਪਰ ਵਿਚਕਾਰ ਤੋਂ ਕੱਚੀ ਰਹਿ ਗਈ, ਵਿਚਾਲਿਓਂ ਕੱਚੀ ਰਹਿ ਗਈ। ਮੱਧ ਭਾਗ ਦੇ ਵਿੱਚੋਂ ਰੋਟੀ ਦਾ ਵਿਚਕਾਰਲਾ ਹਿੱਸਾ ਕੱਚਾ ਰਹਿ ਗਿਆ, ਉਹ ਪੱਕਿਆ ਨਹੀਂ, ਰੜਿਆ ਨਹੀਂ। ਉਸਨੇ ਸੋਚਿਆ ਵੀ ਇਹ ਕੀ ਗੱਲ ਹੋਈ। ਹੁਣ ਮਾਫ਼ ਕਰਿਓ, ਸਾਡੀ ਸੋਚਣੀ ਹੁੰਦੀ ਨਾ, ਜੇ ਸਾਡੀ ਸੋਚ ਨੇ ਸੋਚਣਾ ਸੀ ਵੀ ਨਹੀਂ, ਇਹ ਤਾਂ ਕਿਸੇ ਨੇ ਕੁਝ ਕਰਤਾ ਲੱਗਦਾ, ਵੀ ਜਿਹੜੀ ਰੋਟੀ ਅੱਧੀ ਕੱਚੀ ਰਹਿ ਗਈ,
बड़े परिवार इदां दे मिले ने, गल्लां हुंदियां रहिंदियां। खैर जदों उहने सोचिया भी ये कारण की है, उसने उस पत्थर नूं भन्नना कीता, पत्थर नूं तोड़िया। जदों चपटे पत्थर नूं तोड़िया, मेहनत करके काफ़ी समय बाद टुटिया पत्थर, ते उस पत्थर दे विचों जीव निकले। जीव छोटे छोटे जीव, बरीक बरीक कीड़े कह लिए, रिंगण वाले। ते उसदे उस कुदरत दे सामने हाथ जुड़ गए। कहता वाह मालका, तेरी कैसी कुदरत है। मैं तो सोचिया सी भी आ साडे वर्गे इत्थे तुरे फिरदे ने, जां आ होर पशु पंछी इत्थे बाहर तुरे फिरदे ने। तूं तां एड्डी किरपा कर दित्ती, इस बंद पत्थर जिस विच कितों पासियों हवा तक नहीं जा रही, कहता तूं उत्थे भी जी पैदा कर दित्ते, ते खाण नूं भी उन्हां पत्थरां विचों ही रिजक दे दित्ता। फिर बचन साडे सामने भी आ जाणगे, सैल पत्थर मह जन तो पाए, ताका रिजक आगे कर तरिया। कहते उन्हां दा रिजक अगे करके तरिया है। पहलों दे के रिजक संभाहा, पिछों दे के जन तो बाहा। कहते पहला जीव का रिजक रखिया, जीव का जन्म बाद विच होया। जदों मां गर्भवती हुंदी है ना, हजे बच्चे ने जन्म नहीं लिया होता, मां दियां छातियां दे विच खून तो दुध बन जाता, ते जदों बच्चा जन्म लैंदा उदों निवाला पहला मां दे दुध का मुख विच पाया जाता। कुदरती है ना मालिक दी, परमात्मा दी, भी अपनी चरबी खोर खोर के मां ने अपने पुत नूं पालिया। अपनी चरबी खोरी ना, किड्डियां वड्डियां वड्डियां दातां ने जिहड़ियां मनुख नूं दे दित्तियां, पिछे की रह गया, कुछ भी नहीं। देंदा दे, परमात्मा देंदा दे है, लैंदे थक पाहे। असी मनुख लैंदे थक जाते हाँ, असी थक जाते हाँ, परमात्मा अगे बस हाथ ही जुड़ जाते हैं। जदों परमात्मा समझ आ जाता भी वाह दातिया सही बात है, मेरी इन्नी औकात कित्थे सी भी मैनूं इन्ना कुछ मिल जाता, मेरी कित्थे औकात सी। वेख्या करो जिहड़े तंदरुस्त आ ना, तंदरुस्त एक अद्धी वार महीने दे विच जाके हस्पताल का चक्कर कढ़ लेना चाहिए तंदरुस्त बंदियां नूं भी, ताकि शरीर का पता लग जाए। रोंदे करलाउंदे कट्टे वड्डे लोग उत्थे पए तड़फदे बीमारियां दे नाल, जदों मंजे उत्ते पए वेखांगे ना तड़फदे, हाय हाय करलाउंदे, रब नूं कहंदे देखांगे भी रब्बा चक लै हुण नहीं दर्द सहारिया जांदा। फिर साडे हत्थ जुड़नगे, साडी मत दे विच परमात्मा आवेगा, पातशाह तेरा कितना शुक्रगुजार करा, मैं उन्ना थोड़ा है, कितना तेरा शुक्र करा उन्ना थोड़ा है। आ तंदुरुस्त शरीर है, पर तू याद ही नहीं आया। अज जे शरीर बीमारी नाल तड़फदा पिया ते याद आ गया, सानू परमात्मा चेते विच रहेगा। व्हील चेयर ते बैठे, एक साइकिल दे उत्ते रेहड़ी उत्ते बैठे बजुर्ग नूं, किसी बंदे नूं वेख लियो जिस दियां लत्तां काम नहीं करदियां, हत्थ जुड़नगे, वाह पातशाह एक आ भी मनुख है जिहदियां लत्तां काम नहीं करदियां, पर जीवन बतीत कर रहे हैं। साडे लत्तां ने, असीं इन्हां लत्तां नाल की कीता, चंगे पासे चल के गए। देख लिया करो जिन्हां दे हथ नहीं, हथ जुड़ जाणगे अपने, पातशाह तू किड्डा धनी है दातां दा, तू मैनू ये दात बख्शी भी मैनू हथ दिते। आ मनुख जिहदे हथ नहीं, ये मनुखता दे भले लई फिर भी जोदड़ियां कर रहा भी मेरे हथ नहीं, जिहदे हथ ने पातशाह उन्हां नूं समत बख्शी दुनिया की सेवा करन दी, सेवा करती उन्हां नूं समत बख्शी। मनुख गुरुद्वारे विच खड़ा सेवा कर रहा होवे, भांडे मांज रहा होवे, एक पासे बैठा किते ना किते जिहदे हथ कट्टे हुए ने ना, हथ कट्टे हुए ने, वो माड़ी मन सोचदा होवेगा भी वाह जे अज मेरे भी हथ हुंदे ना, मैं भी भांडे मांज रहा हुंदा, गुरु के दर दे उत्ते सेवा कर रहा हुंदा, झाड़ू मार रहा हुंदा, लंगर वरता रहा हुंदा, वो अंदर ही अंदर अरदासां करदा। पर कई असीं एडे हंकारी बन जाते हैं भी साडे सारा कुछ है, तंदुरुस्ती है, पर फिर भी साडी हौमे हंकार, मैं सेवा करूँ, मैं भांडे मांजू, मेरे तो घरे 10 नौकर रखे हुए ने, मैं तो कदे आपदे भांडे नहीं मांजे, इत्थे मैं इन्हां दे भांडे मांजू ना। फिर मन में ख्याल कदे नहीं पैदा हुंदा जदों असीं इदां दे चमत्कार साडियां अखां दे सामने हुंदे ने।
ਇਹੀ ਤਾਂ ਹੈ ਨਾ, ਜੋ ਤਨ ਚੀਰੇ ਅੰਗ ਨਾ ਮੋਰੋਂ, ਪਿੰਡ ਪਰੈ ਤੋ ਪ੍ਰੀਤ ਨਾ ਤੋਰੋ। ਆਪਣਾ ਆਪ ਖਤਮ ਕਰ ਦੇਣਾ, ਨਿਸ਼ਾਵਰ ਕਰ ਦੇਣਾ। ਬੰਦ ਬੰਦ ਕਟਾਉਣਾ ਕਿਤੇ ਛੋਟੀ ਗੱਲ ਹੈ? ਦੱਸੋ, ਬੰਦ ਬੰਦ ਕਟਾ ਸਕਦੇ ਹੋ? ਜੇ ਕੋਈ ਅੱਜ ਕਹੇ ਵੀ ਲਿਆ ਤੇ ਤੇਰੇ ਬੰਦ ਬੰਦ ਕੱਟਣੇ ਆ, ਤੇਰੇ ਜੋੜ ਕੱਟ ਦੇਣੇ ਆ, ਵੱਢ ਦੇਣੇ ਆ ਸਾਰੇ, ਕੌਣ ਕਰ ਸਕਦਾ? ਨਾ। ਇੱਕੋ ਬਾਣੀ ਦੀ ਦਾਤ ਐਸੀ ਹੈ, ਜਦੋਂ ਰੱਬ ਦੇ ਨਾਲ ਹਕੀਕੀ ਇਸ਼ਕ ਹੋ ਗਿਆ, ਰੱਬ ਦੇ ਨਾਲ ਤਾਰਾਂ ਜੁੜ ਗਈਆਂ, ਸੁਰਤ ਵਾਕਈ ਜੁੜ ਗਈ ਪਰਮਾਤਮਾ ਦੇ ਸ਼ਬਦ ਵਿੱਚ, ਸ਼ਬਦ ਸੁਰਤ ਬਣ ਗਈ ਨਾ, ਜਦੋਂ ਸੁਰਤ ਚੇਲਾ ਬਣ ਗਿਆ ਧੁਨ ਦਾ, ਸ਼ਬਦ ਦੇ ਵਿੱਚ ਜੁੜ ਗਈ, ਫਿਰ ਇਹ ਰੂਹਾਨੀਅਤ ਜਿਹੜੀਆਂ ਤਾਕਤਾਂ ਨੇ, ਰੂਹਾਨੀਅਤ ਸ਼ਕਤੀ ਹੈ, ਉਸ ਦਾ ਪਤਾ ਲੱਗਦਾ ਹੈ ਵੀ ਵਾਕਈ ਹਾਂ ਪਰਮਾਤਮਾ ਦੀ ਤਾਕਤ ਕੀ ਹੈ। ਜਦੋਂ ਪਰਮਾਤਮਾ ਨਾਲ ਪਿਆਰ ਬਣ ਗਿਆ, ਫਿਰ ਪਿਆਰ ਦੇ ਵਿੱਚ ਅੰਗ ਅੰਗ ਵੀ ਕੱਟਿਆ ਜਾਵੇ, ਪਰ ਸਿੱਖੀ ਤੋਂ ਮੁਨਕਰ ਨਹੀਂ। ਅੱਜ ਤਾਂ ਕੁਝ ਕੱਟਿਆ ਨਹੀਂ ਜਾ ਰਿਹਾ, ਅੱਜ ਅਸੀਂ ਪਰਮਾਤਮਾ ਨੂੰ ਪਾਉਣਾ ਚਾਹੁੰਦੇ ਹਾਂ, ਪਰ ਸਿੱਖੀ ਤੋਂ ਦੂਰ ਹਾਂ। ਨਹੀਂ ਮਿਲਣਾ, ਨਹੀਂ ਮਿਲਣਾ ਦਾਤਾ। ਮਿਲੇਗਾ ਕਿਵੇਂ? ਜਦੋਂ ਸੱਚ ਨੂੰ ਪਿਆਰ ਕਰਾਂਗੇ, ਜਦੋਂ ਉਸ ਦਾਤੇ ਦੇ ਹਰ ਦਿੱਤੇ ਹੋਏ ਦੁੱਖ ਸੁੱਖ ਦੇ ਵਿੱਚ ਇੱਕੋ ਜਿਹੇ ਚੱਲਾਂਗੇ, ਸਮ ਕਰ, ਜਦੋਂ ਸਮ ਇੱਕੋ ਜਿਹੇ ਬਰਾਬਰਤਾ ਵਿੱਚ ਚੱਲਾਂਗੇ, ਜੋ ਨਰ ਦੁੱਖ ਮੈਂ ਦੁੱਖ ਨਹੀਂ ਮਾਨੈ, ਸੁੱਖ ਸਨੇਹ ਅਰ ਭੈ ਨਹੀਂ ਜਾਕੈ, ਕੰਚਨ ਮਾਟੀ ਮਾਨੈ। ਜਦੋਂ ਸੋਨੇ ਨੂੰ ਵੀ ਅਸੀਂ ਮਿੱਟੀ ਮੰਨਾਂਗੇ ਨਾ, ਉਦੋਂ ਕਿਰਪਾ ਹੋਣੀ ਹੈ ਪਿਆਰਿਓ, ਉਦੋਂ ਕਿਰਪਾ। ਜਦੋਂ ਦੁੱਖ ਦੇ ਵਿੱਚ ਦੁੱਖ ਆ ਗਿਆ, ਫਿਰ ਹਾਏ ਮੂੰਹ ਨਹੀਂ, ਫਿਰ ਪਰਮਾਤਮਾ ਨੂੰ ਉਲਾਂਭੇ ਨਹੀਂ, ਫਿਰ ਤਾਂ ਅੰਦਰ ਪਤਾ ਲੱਗੇਗਾ ਦੋਸ਼ ਨਾ ਕਾਹੂ ਜੋਗ, ਕਿਸੇ ਨੂੰ ਦੋਸ਼ ਨਹੀਂ ਦੱਦਾ, ਦੋਸ਼ ਨਾ ਦਿਉ ਕਿਸੇ ਦੋਸ਼, ਕਰਮਾ ਆਪਣਿਆ ਜੋ ਮੈਂ ਕੀਆ, ਸੋ ਮੈਂ ਪਾਇਆ, ਦੋਸ਼ ਨਾ ਦੀਜੇ ਅਵਰ ਜਨਾ। ਸਾਰੇ ਕਿਸਾਨ ਵੀਰ ਸੰਬੰਧਿਤ ਲਗਭਗ ਸੰਗਤ ਵਿੱਚ ਬੈਠੇ ਬਹੁਤਾਤ ਜਿਹੜੇ ਖੇਤੀਬਾੜੀ ਕਰਦੇ ਨੇ, ਝੋਨਾ ਹੁਣ ਬੀਜਿਆ ਵਾ ਤੇ ਝੋਨਾ ਹੀ ਵੱਢਣਾ ਨਾ ਜੀ, ਝੋਨਾ ਬੀਜਿਆ ਵਾ ਕਣਕ ਤਾਂ ਨਹੀਂ ਵੱਢੋਗੇ। ਫਿਰ ਜਿਹੜਾ ਕਰਮਾਂ ਦੇ ਵਿੱਚ ਬੀਜਿਆ ਤੇ ਵੱਢਣਾ ਵੀ ਤਾਂ ਉਹੀ ਪਵੇਗਾ ਨਾ। ਅੱਖਾਂ ਦੇ ਨਾਲ ਮਾੜਾ ਵੇਖਿਆ ਤੇ ਜ਼ਿੰਦਗੀ ਦੇ ਵਿੱਚ ਫਲ ਤਾਂ ਮਿਲੇਗਾ ਨਾ। ਮੁੱਖ ਤੋਂ ਮੰਦਾ ਬੋਲਿਆ, ਮਾੜਾ ਬੋਲਿਆ, ਫਲ ਤਾਂ ਮਿਲੇਗਾ ਨਾ, ਫਲ ਤਾਂ ਉਹੀ ਮਿਲੇਗਾ ਨਾ। ਜਿਹਾ ਬੀਜੈ ਸੋ ਲੁਣੈ, ਕਰਮਾ ਸੰਦੜਾ ਖੇਤ। ਪਾਤਸ਼ਾਹ ਜੀ ਕਹਿੰਦੇ ਜਿਹੋ ਜਿਹਾ ਤੂੰ ਬੀਜੇਗਾ ਉਹੋ ਜਿਹਾ ਹੀ ਵੱਢੇਗਾ। ਹੁਣ ਇਹ ਤੂੰ ਵੇਖ ਲਾ ਵੀ ਤੂੰ ਕਰਮ ਕਿਹੋ ਜਿਹੇ ਕਮਾਉਣੇ ਨੇ। ਕੋਈ ਇਹ ਨਹੀਂ ਬਾਤ ਵੀ ਪਹਿਲਾਂ ਤੋਂ ਸਾਡਾ ਲਿਖਿਆ ਹੋਇਆ, ਨਾ ਨਾ ਮਾਫ ਕਰਿਓ, ਮਨੁੱਖਾ ਜਨਮ ਇੱਕ ਆਜ਼ਾਦ ਜਨਮ ਹੈ। ਇਸ ਦੁਨੀਆ ਦੇ ਵਿੱਚ, ਇਸ ਸ੍ਰਿਸ਼ਟੀ ਦੇ ਵਿੱਚ ਆਜ਼ਾਦ ਹੈ। ਮਨੁੱਖ ਆਪਣੀ ਸੋਚ ਦੇ ਮੁਤਾਬਕ, ਦਿਮਾਗ ਦੇ ਮੁਤਾਬਕ ਚੰਗੇ ਮਾੜੇ ਦੀ ਪਰਖ ਰੱਖਦਾ ਹੈ, ਕੋਈ ਸ਼ੱਕ ਨਹੀਂ। ਚੰਗੇ ਮਾੜੇ ਦਾ ਮਨੁੱਖ ਨੂੰ ਪਤਾ ਨਾ ਵੀ ਚੰਗਾ ਕੀ ਹੈ ਤੇ ਮਾੜਾ ਕੀ ਹੈ। ਫਿਰ ਊਣਤਾਈ ਕਿੱਥੇ ਆਈ? ਸਾਡੇ ਵਿੱਚ ਹੀ ਆਈ ਨਾ। ਇਹਦੇ ਵਿੱਚ ਪਰਮਾਤਮਾ ਦਾ ਤਾਂ ਕੋਈ ਦੋਸ਼ ਨਹੀਂ, ਪਰਮਾਤਮਾ ਨੇ ਤੈਨੂੰ ਆਜ਼ਾਦ ਕਰ ਦਿੱਤਾ। ਇੱਕ ਉਦਾਹਰਨ ਨੂੰ ਗਲਤ ਪਾਸੇ ਨਾ ਲੈ ਕੇ ਜਾਇਓ, ਸਹੀ ਪਾਸੇ ਰੱਖਿਓ, ਕਿਉਂਕਿ ਕਈ ਵਾਰ ਮਨ ਦੇ ਵਿੱਚ ਖਿਆਲ ਆਉਂਦਾ ਵੀ ਲੈ ਵੀ ਇਹ ਉਦਾਹਰਨ ਕਿਉਂ ਨਹੀਂ, ਸਮਝਣ ਦੇ ਲਈ। ਦੇਖੋ ਅਸੀਂ ਘਰ ਦੇ ਵਿੱਚ ਪਾਲਤੂ ਜਾਨਵਰ ਪਾਲਦੇ ਹਾਂ, ਆਮ ਕਰਕੇ ਜ਼ਿਆਦਾਤਰ ਬਹੁਤਾਤ ਘਰਾਂ ਦੇ ਵਿੱਚ ਸਾਡੇ ਤਾਂ ਇੱਥੇ ਇੰਡੀਆ ਦੀ ਧਰਤੀ ਵਿੱਚ ਕੁੱਤੇ ਪਾਲੇ ਜਾਂਦੇ ਨੇ ਨਾ, ਬਾਹਰ ਵਿਦੇਸ਼ਾਂ ਵਿੱਚ ਬਿੱਲੀਆਂ ਆਦਿ ਹੋਰ ਵੀ ਜਾਨਵਰ ਪਾਲੇ ਜਾਂਦੇ ਨੇ। ਹੁਣ ਜਦੋਂ ਸੰਗਲੀ ਨਾਲ ਕੁੱਤਾ ਬੰਨਿਆ ਹੋਇਆ, ਮਾਲਕ ਘਰ ਦਾ, ਕੁੱਤੇ ਦਾ ਮਾਲਕ ਹੀ ਹੋ ਗਿਆ ਨਾ ਜਿਹਨੇ ਰੱਖਿਆ ਲਿਆ ਕੇ, ਉਹ ਮਾਲਕ ਨੇ ਕੀ ਕੀਤਾ, ਥੋੜ੍ਹੇ ਸਮੇਂ ਲਈ ਉਹਦੀ ਸੰਗਲੀ ਖੋਲ੍ਹ ਦਿੱਤੀ। ਸੰਗਲੀ ਖੋਲ੍ਹ ਦਿੱਤੀ, ਉਹਨੇ ਕੀ ਕੀਤਾ, ਮਾਲਕ ਦੇ ਪੈਰਾਂ ਨੂੰ ਚੁੰਮਦਾ, ਲੱਤਾਂ ਦੇ ਵਿੱਚ ਵੱਜਦਾ, ਘਰ ਦੇ ਵਿੱਚ ਗੇੜੇ ਦਿੰਦਾ, ਉਹ ਕਮਰੇ 'ਚ ਵੜ ਗਿਆ, ਕੋਠੇ 'ਤੇ ਚੜ੍ਹ ਗਿਆ, ਬਾਹਰ ਚਲ ਗਿਆ, ਫਿਰ ਆ ਗਿਆ ਅੰਦਰ, ਘਰ ਦੇ ਬੱਚਿਆਂ ਨਾਲ ਪਿਆਰ ਕਰਨ ਲੱਗ ਪਿਆ ਤੇ ਪੈਰਾਂ ਨੂੰ ਚੁੰਮਣ ਚੱਟੀ ਜਾ ਰਿਹਾ, ਕਿੰਨਾ ਕੁਛ ਕਰ ਰਿਹਾ। ਇੱਕ ਭੱਜਿਆ ਫਿਰਦਾ ਆਪਣੀ ਮਸਤੀ ਦੇ ਵਿੱਚ, ਆਜ਼ਾਦ ਹੋ ਗਿਆ ਨਾ, ਥੋੜ੍ਹੇ ਸਮੇਂ ਲਈ ਆਜ਼ਾਦ ਕਰਤਾ ਮਾਲਕ ਨੇ। ਬਸ ਇਹਨਾਂ ਜੂਨਾਂ ਦੇ ਸਿਧਾਂਤ ਦੇ ਵਿੱਚੋਂ ਬਹੁਤਾਤ ਜਾਨਵਰਾਂ ਦੀਆਂ, ਸੱਪਾਂ ਹੋਰ ਜਾਨਵਰਾਂ, ਰਿੰਗਣ ਵਾਲੇ ਜੀਵ ਜੰਤੂਆਂ ਦੀਆਂ ਜੂਨਾਂ ਵਿੱਚੋਂ ਮਨੁੱਖ ਜੂਨ ਪਰਮਾਤਮਾ ਨੇ ਇੱਕ ਆਜ਼ਾਦ ਕਰ ਦਿੱਤੀ। ਆਜ਼ਾਦ ਕਰ ਦਿੱਤਾ ਮਨੁੱਖ ਨੂੰ ਵੀ ਲੈ ਤੇਰੇ ਕਰਮਾਂ ਦੇ ਮੁਤਾਬਕ ਤੈਨੂੰ ਭੁਗਤਣਾ ਪਵੇਗਾ। ਇੰਨੀ ਗੱਲ ਕਹਿ ਦਿੱਤੀ ਵੀ ਤੇਰੇ ਕਰਮਾਂ ਦੇ ਮੁਤਾਬਕ ਤੈਨੂੰ ਭੁਗਤਣਾ ਪਵੇਗਾ। ਹੁਣ ਮਨੁੱਖ ਕਰਮ ਕਰ ਰਿਹਾ, ਬਾਣੀ ਨੂੰ ਦੱਸਿਆ ਦਿਨ ਰਾਤ
ਕਮਾਇੜੋ ਸੋ ਆਇਓ ਮਾਥੈ। ਕਹਿੰਦੇ ਦਿਨ ਰਾਤ ਜੋ ਅਸੀਂ ਕਰਮ ਕਰਦੇ ਰਹੇ ਬਚਪਨ ਤੋਂ ਲੈ ਕੇ ਹੁਣ ਜਿਸ ਡੇਟ ਤੱਕ ਸਮੇਂ ਤੱਕ, ਜਿੰਨੀ ਅੱਜ ਸਾਡੀ ਉਮਰ ਹੋ ਗਈ, ਜਦੋਂ ਦੀ ਸੋਝੀ ਆਈ 5 ਸਾਲ ਤੋਂ ਲੈ ਕੇ ਅੱਜ ਤੱਕ ਲਾ ਲਓ ਵੀ ਜਿੰਨਾ ਕੁਝ ਅਸੀਂ ਕਰਮ ਕੀਤੇ, ਉਹ ਚਾਹੇ ਚੰਗੇ ਸੀ ਚਾਹੇ ਮਾੜੇ ਸੀ, ਉਹ ਮੱਥੇ ਦੇ ਭਾਗ ਬਣ ਗਏ। ਦਿਨ ਰਾਤ ਕਮਾਇੜੋ ਸੋ ਆਇਓ ਮਾਥੈ। ਦਿਨ ਤੇ ਰਾਤ ਭਾਵ 24 ਘੰਟਿਆਂ ਵਿੱਚ ਜਿੰਨਾ ਅਸੀਂ ਕਮਾਇਆ, ਜਿੰਨੇ ਅਸੀਂ ਕੰਮ ਕੀਤੇ, ਉਹ ਚਾਹੇ ਚੰਗੇ ਸੀ ਚਾਹੇ ਮਾੜੇ ਸੀ, ਉਹ ਮੱਥੇ ਦਾ ਭਾਗ ਬਣ ਗਏ। ਚੰਗੇ ਤਾਂ ਚੰਗੇ ਭਾਗ ਬਣ ਗਏ, ਮਾੜੇ ਤਾਂ ਮਾੜੇ। ਚੰਗਾ ਕਰਮ ਕੀਤਾ, ਕਿਸੇ ਗਰੀਬ ਦੀ ਸਹਾਇਤਾ ਕੀਤੀ, ਕਿਸੇ ਗਰੀਬ ਦੀ ਅਸਲੀਅਤ ਨੂੰ ਜਾਣਿਆ, ਮਰੀਜ਼ ਨੂੰ ਦਵਾਈ ਦਵਾ ਦਿੱਤੀ, ਕਿਸੇ ਦਾ ਇਨਸਾਨੀਅਤ ਤੌਰ 'ਤੇ ਭਲਾ ਕੀਤਾ, ਉਹ ਮੱਥੇ ਦਾ ਭਾਗ ਬਣ ਗਿਆ। ਉਹ ਭਲਾ ਸਾਨੂੰ ਅੱਗੇ ਜਾ ਕੇ ਫਲ ਦੇ ਰੂਪ ਵਿੱਚ ਮਿਲੇਗਾ, ਕੋਈ ਦੂਰ ਨਹੀਂ। ਨਾ ਨਾ, ਅੰਧੇਰਾ ਹਨੇਰਾ ਨਹੀਂ, ਬਿਲਕੁਲ ਵੀ ਦੇਰ ਤਾਂ ਹੈ, ਹਨੇਰਾ ਨਹੀਂ। ਉਹ ਮਿਲੇਗਾ ਹੀ ਮਿਲੇਗਾ, ਚਾਹੇ ਚੰਗਾ ਤੇ ਚਾਹੇ ਮਾੜਾ। ਚੰਗਾ ਕੀਤਾ ਤੇ ਚੰਗਾ ਮਿਲੇਗਾ, ਤੇ ਮਾੜਾ ਕੀਤਾ ਤੇ ਮਾੜਾ। ਬੜੀਆਂ ਉਦਾਹਰਨਾਂ ਮਿਲ ਜਾਂਦੀਆਂ ਨੇ ਵੀ ਜਿਹੜੇ ਮਾੜਾ ਕਰਦੇ ਰਹੇ ਨੇ ਉਹ ਕਿੱਡੇ ਕਿੱਡੇ ਰੋਗ ਭੋਗ ਰਹੇ ਨੇ। ਬੜੀਆਂ ਉਦਾਹਰਨਾਂ ਹਰ ਇੱਕ ਨਗਰ ਦੇ ਵਿੱਚ ਇੱਕ ਨਾ ਇੱਕ ਅੱਧੀ ਤਾਂ ਮਿਲ ਹੀ ਜਾਂਦੀ ਹੈ। ਸੋ ਇਹੀ ਪਾਤਸ਼ਾਹ ਜੀ ਸਾਨੂੰ ਦੱਸ ਰਹੇ ਨੇ, ਕਹਿੰਦੇ ਪਰਮਾਤਮਾ ਨਾਲ ਪਿਆਰ ਕਿਹੋ ਜਿਹਾ ਹੋਵੇ ਤੇਰਾ। ਕਹਿੰਦੇ ਪਰਮਾਤਮਾ ਨਾਲ ਪਿਆਰ ਹੋਵੇ, ਸਰੀਰ ਕੱਟਿਆ ਜਾਵੇ ਪਰ ਪ੍ਰੀਤ ਨਾ ਟੁੱਟੇ। ਮਤੀ ਦਾਸ ਨੂੰ ਪੁੱਛਿਆ ਸੀ ਨਾ, ਕਹਿੰਦੇ ਆਖਰੀ ਇੱਛਾ ਕੀ ਆ? ਆਖਰੀ ਇੱਛਾ ਕੀ ਆ? ਕਹਿੰਦੇ ਮੇਰਾ ਮੁੱਖ ਮੇਰੇ ਗੁਰੂ ਵੱਲ ਕਰ ਦੇਵੋ। ਗੁਰੂ ਤੇ ਧੰਨ ਗੁਰੂ ਤੇਗ ਬਹਾਦਰ ਪਾਤਸ਼ਾਹ ਜੀ ਦਾ ਪਿੰਜਰਾ ਪਿਆ ਨਾ, ਕਹਿੰਦੇ ਮੇਰਾ ਮੁੱਖ ਮੇਰੇ ਗੁਰੂ ਵੱਲ ਕਰ ਦੇਵੋ। ਕਹਿੰਦੇ ਆਰਾ ਭਾਵੇਂ ਸਰੀਰ ਉੱਤੇ ਚਲਾ ਦੇਵੋ, ਮੈਨੂੰ ਕੋਈ ਪਰਵਾਹ ਨਹੀਂ, ਕੋਈ ਵੀ ਪਰਵਾਹ ਨਹੀਂ ਮੈਨੂੰ। ਰੱਤੀ ਮਾਤਰ ਵੀ ਮੇਰੇ ਮਨ ਵਿੱਚ ਭੈ ਨਹੀਂ। ਕਿਉਂ? ਕਿਉਂਕਿ ਮੈਂ ਜਪਿਆ ਨਿਰਭਉ ਨੂੰ ਹੈ। ਸੁਖਮਨੀ ਸਾਹਿਬ ਦੇ ਵਿੱਚ ਪੜ੍ਹਦੇ ਆ ਨਾ, ਨਿਰਭਉ ਜਪੈ ਸਗਲ ਭਉ ਮਿਟੈ। ਸਾਰੇ ਭਉ ਮਿਟ ਜਾਂਦੇ ਨੇ, ਖਤਮ ਹੋ ਜਾਂਦੇ ਨੇ। ਕਿਉਂ? ਕਿਉਂਕਿ ਪੂਰਾ ਪ੍ਰਭ ਆਰਾਧਿਆ ਪੂਰਾ ਜਾਕਾ ਨਾਉ। ਇੱਥੇ ਤਾਂ ਪੂਰੇ ਦੇ ਹੀ ਗੁਣ ਗਾਏ ਜਾਂਦੇ ਨੇ, ਪੂਰੇ ਨੂੰ ਆਰਾਧਿਆ ਜਾਂਦਾ। ਅਧੂਰੇ ਨਾਲ ਤਾਂ ਗੱਲ ਹੀ ਕੋਈ ਨਹੀਂ। ਨਾ ਨਾ, ਅਧੂਰੇ ਨਾਲ ਤਾਂ ਗੱਲ ਹੀ ਕੋਈ ਨਹੀਂ। ਇੱਥੇ ਪੂਰੇ ਦੇ ਗੁਣ ਗਾਏ ਜਾਂਦੇ ਨੇ। ਜਦੋਂ ਪੂਰੇ ਦੇ ਗੁਣ ਗਾਲੇ ਫਿਰ ਅੰਦਰ ਪਿਆਰ ਪੈਦਾ ਹੁੰਦਾ। ਜਿਨ ਪ੍ਰੇਮ ਕੀਓ ਤਿਨ ਹੀ ਪ੍ਰਭ ਪਾਇਓ। ਸਵਈਏ ਪੜ੍ਹਦੇ ਆ ਨਾ, ਅਮਲ ਕਰਿਆ ਕਰੀਏ ਵੀ ਜਿਨ੍ਹਾਂ ਨੇ ਪ੍ਰੇਮ ਕੀਤਾ ਉਹਨਾਂ ਨੇ ਹੀ ਪਰਮਾਤਮਾ ਨੂੰ ਪਾਇਆ ਹੈ। ਮੇਰੀ ਬਾਂਦੀ ਭਗਤ ਛਡਾਵੇ, ਬਾਂਦੇ ਭਗਤ ਨਾ ਛੁੱਟੈ ਮੋਹੇ। ਪਾਤਸ਼ਾਹ ਜੀ ਕਹਿੰਦੇ ਪਰਮਾਤਮਾ ਦੇ ਬੋਲ, ਕਹਿੰਦੇ ਮੇਰੇ ਪਾਏ ਹੋਏ ਮਾਇਆ ਦੇ ਬੰਧਨ, ਦੁੱਖਾਂ ਕਲੇਸ਼ਾਂ ਦੇ ਬੰਧਨ, ਜਿਹੜੇ ਮਨੁੱਖ ਨੂੰ ਸੰਗਲੀਆਂ ਪਾ ਪਾ ਕੇ ਜਕੜ ਦਿੱਤਾ ਸੀ, ਮਨੁੱਖ ਨੇ ਮਨੁੱਖਾ ਜਨਮ ਦੇ ਵਿੱਚ ਭਗਤੀ ਕੀਤੀ, ਭਗਤੀ ਕਰਕੇ ਉਹਨਾਂ ਬੰਧਨਾਂ ਤੋਂ ਛੁਟਕਾਰਾ ਪਾ ਲਿਆ। ਦੇਖੋ ਪਰਮਾਤਮਾ ਦੇ ਬੰਧਨ ਪਾਏ ਹੋਏ, ਭਗਤੀ ਕਰਕੇ ਛੁਡਾ ਲਏ। ਇੱਕ ਬੰਧਨ ਭਗਤ ਨੇ ਪਾ ਲਿਆ, ਪਰਮਾਤਮਾ ਨੂੰ ਹੀ ਮੰਨ ਲਿਆ। ਪਰਮਾਤਮਾ ਨੂੰ ਮੰਨ ਲਿਆ ਕਾਹਦੇ ਵਿੱਚ? ਪਿਆਰ ਦੀ ਜੰਜੀਰ ਦੇ ਵਿੱਚ ਪਰਮਾਤਮਾ ਨੂੰ ਬੰਨ ਲਿਆ। ਹੁਣ ਪਰਮਾਤਮਾ ਜੀ ਕਹਿੰਦੇ ਨਾ, ਮੇਰੀ ਬਾਂਦੀ ਭਗਤ ਛਡਾਵੇਂ। ਜਦੋਂ ਭਗਤ ਬੰਨ ਲੈਂਦੇ ਨੇ, ਬਾਂਦੇ ਭਗਤ ਨਾ ਛੁੱਟੈ ਮੋਹੇ। ਕਹਿੰਦੇ ਫਿਰ ਮੈਥੋਂ ਛੁੱਟ ਨਹੀਂ ਹੁੰਦਾ। ਪ੍ਰੇਮ ਦਾ ਬੰਧਨ ਹੀ ਭਗਤਾਂ ਦਾ ਐਸਾ, ਫਿਰ ਜਿੱਥੇ ਜਾ ਕੇ ਆਪ ਪਰਮਾਤਮਾ ਭਗਤ ਦੀ ਪੈਜ ਰੱਖਦਾ ਹੈ। ਸਤਿਗੁਰ ਤੁਮਰੇ ਕਾਜ ਸਵਾਰੇ। ਜਦੋਂ ਅਸੀਂ ਮਨ ਵਿੱਚ ਮੰਨ ਲਿਆ ਵੀ ਹਾਂ ਪਾਤਸ਼ਾਹ ਜੀ ਹਮ ਤੁਮ ਬੀਚ ਭਇਓ ਨਹੀਂ ਕੋਈ। ਪਰਮਾਤਮਾ ਜੀ ਤੇਰੇ ਤੇ ਮੇਰੇ ਸਰੀਰ ਦੇ ਵਿੱਚ ਹੋਰ ਕੋਈ ਨਹੀਂ ਆ ਸਕਦਾ। ਨਾ ਨਾ ਵਿੱਚ ਨਾ ਕੋਈ ਕਰ ਸਕੈ, ਕਿਸ ਥਾਂ ਰੋਵੈ ਰੋਜ਼। ਨਾ ਨਾ ਵਿੱਚ ਕੋਈ ਵਿਚੋਲਾਪਣ ਕੋਈ ਨਹੀਂ ਕਰ ਸਕਦਾ। ਕਿਹੜੇ ਥਾਂ ਥਾਂ ਜਾ ਕੇ ਰੋਵੇਂਗਾ? ਇੱਥੇ ਤਾਂ ਪਰਮਾਤਮਾ ਤੇ ਆਤਮਾ ਦੇ ਵਿੱਚ ਦੂਜਾ ਹੈ ਹੀ ਕੋਈ ਨਹੀਂ, ਕੋਈ ਨਹੀਂ ਹੈ। ਕਿਉਂ? ਕਿਉਂਕਿ ਆਪਾਂ ਆਪ ਅਰਪਣ ਕਰ ਦਿੱਤਾ, ਹਉਮੈ ਅੰਦਰੋਂ ਛੱਡ ਦਿੱਤੀ, ਨਿਮਰਤਾ ਦੇ ਵਿੱਚ ਆ ਗਿਆ। ਨਿਮਰਤਾ ਦੇ ਵਿੱਚ ਆਇਆ ਹੋਇਆ ਮਨੁੱਖ ਪਰਮਾਤਮਾ ਦੇ ਪਿਆਰ ਵਿੱਚ ਵੱਝ ਜਾਂਦਾ ਤੇ ਪਰਮਾਤਮਾ ਨੂੰ ਆਪਣੇ ਪਿਆਰ ਵਿੱਚ ਬੰਨ੍ਹ ਲੈਂਦਾ। ਹੁਣ ਜਿਹਦਾ ਪਿਆਰ ਹੀ ਪਰਮਾਤਮਾ ਨਾਲ ਪੈ ਗਿਆ, ਇਹ ਮੰਨ ਲਵੋ ਵੀ ਜਿਹਦੀ ਮਿੱਤਰਤਾਈ
ਮਨੁੱਖੀ ਦੁਨਿਆਵੀ ਤੌਰ 'ਤੇ ਕਹਿ ਲਈਏ ਵੀ ਕੋਈ ਕੇਸ ਚੱਲਦਾ ਹੋਵੇ ਨਾ, ਹੱਲ ਨਾ ਹੁੰਦਾ ਹੋਵੇ, ਕੋਈ ਵਿਧ ਬਣ ਜਾਵੇ, ਮਿੱਤਰਤਾ ਜੱਜ ਨਾਲ ਬਣ ਜਾਵੇ, ਜੱਜ ਨਾਲ ਬਣ ਜਾਵੇ, ਸਹੀ ਹੋਵੇ ਪਰ ਇਹ ਨਹੀਂ ਗਲਤ ਵਾਲੇ, ਨਾ ਨਾ, ਫਿਰ ਉੱਥੇ ਸਿੱਧੇ ਫੈਸਲੇ ਹੋ ਜਾਂਦੇ ਨੇ, ਫਿਰ ਵਿੱਚ ਕੋਈ ਨਹੀਂ ਆ ਸਕਦਾ ਨਾ। ਜਦੋਂ ਪ੍ਰਮਾਤਮਾ ਦੇ ਨਾਲ ਹੀ ਮਿਲ ਗਏ ਫਿਰ ਵਿੱਚ ਕਿਹਦੀ ਜ਼ਰੂਰਤ ਹੈ। DC ਦਫ਼ਤਰ ਜਾਂਦੇ ਆ, ਪਹਿਲਾਂ ਵਾਰ ਚੌਂਕੀਦਾਰ ਰੋਕਦਾ, ਜਦੋਂ ਮਿੱਤਰਤਾ ਬਣ ਜਾਂਦੀ ਆ ਫਿਰ ਚੌਂਕੀਦਾਰ ਵੀ ਖੜਾ ਗੇਟ ਉੱਤੇ ਸਲੂਟ ਮਾਰ ਦਿੰਦਾ ਵੀ ਜਾ ਭਲਿਆ, ਮੈਂ ਕੌਣ ਆ ਰੋਕਣ ਵਾਲਾ, ਫਿਰ ਕੋਈ ਨਹੀਂ ਰੋਕਦਾ ਵਿੱਚ। ਇਸ ਕਰਕੇ ਸਾਨੂੰ ਇਹ ਮੰਨਣਾ ਪਵੇਗਾ, ਹਮ ਤੁਮ ਬੀਚ ਭਇਓ ਨਹੀਂ ਕੋਈ, ਤੁਮੈ ਸੋ ਕੰਤ ਨਾਰ ਹਮ ਸੋਈ। ਪਾਤਸ਼ਾਹ ਜੀ ਤੁਸੀਂ ਮੇਰੀ ਰੂਹ ਦੇ ਕੰਤ ਹੋ। ਕੰਤ ਦਾ ਅਰਥ ਹੈ ਪਤੀ, ਪਤੀ, ਖਸਮ। ਕਹਿੰਦੇ ਤੁਸੀਂ ਮੇਰੀ ਰੂਹ ਦੇ ਖਸਮ ਹੋ, ਮੇਰੀ ਰੂਹ ਦੇ ਖਸਮ ਦੇ ਵਿੱਚ ਕੋਈ ਹੋਰ ਦੂਜਾ ਨਹੀਂ ਆ ਸਕਦਾ, ਨਾ ਨਾ। ਮੇਰੀ ਰੂਹ ਦਾ ਪਿਆਰ ਪਰਮਾਤਮਾ ਜੀ ਤੇਰੇ ਨਾਲ ਹੈ, ਹੋਰ ਕਿਸੇ ਨਾਲ ਨਹੀਂ। ਇਹੀ ਪਰਮਾਤਮਾ ਨਾਲ ਪਿਆਰ ਹੈ ਨਾ, ਪਰਮਾਤਮਾ ਨਾਲ ਤਾਂ ਪਿਆਰ ਇਹੀ ਹੈ। ਸੋ ਸਤਿਗੁਰੂ ਸਾਨੂੰ ਇਹੀ ਸਮਝਾ ਰਹੇ ਨੇ ਵੀ ਤੇਰਾ ਪਿਆਰ ਬਣ ਜਾਵੇ। ਤੁਮੈ ਸੋ ਕੰਤ ਨਾਰ ਹਮ ਸੋਈ, ਮੈਂ ਜੀਵ ਇਸਤਰੀ ਪਾਤਸ਼ਾਹ ਜੀ ਤੇਰੀ ਘਰ ਵਾਲੀ ਹਾਂ। ਹੇ ਪਰਮਾਤਮਾ ਜੀ ਮੈਂ ਤੇਰੀ ਘਰ ਵਾਲੀ ਹਾਂ। ਇਸ ਜਿੰਦ ਦਾ ਮਾਲਕ ਹੋਰ ਦੂਜਾ ਕੋਈ ਨਹੀਂ ਹੋ ਸਕਦਾ, ਹੋਰ ਦੂਜਾ ਕੋਈ ਨਹੀਂ, ਕਿਉਂਕਿ ਦੂਜਾ ਹੈ ਹੀ ਕੋਈ ਨਹੀਂ। ਤੂੰ ਦਰਿਆਓ ਸਭ ਤੁਝ ਹੀ ਮਾਹੇ, ਤੁਝ ਬਿਨ ਦੂਜਾ ਕੋਈ ਨਹੀਂ। ਕਾਰਨ ਕਾਰਨ ਪ੍ਰਭ ਏਕ ਹੈ, ਦੂਸਰ ਨਾਹੀ ਹੋਏ, ਦੂਜਾ ਹੈ ਹੀ ਕੋਈ ਨਹੀਂ। ਅਕਾਲ ਪੁਰਖ ਜੀ ਦੀ ਬਾਣੀ, ਧੰਨ ਗੁਰੂ ਨਾਨਕ ਪਾਤਸ਼ਾਹ ਜੀ ਦੇ ਮੁਖਾਰ ਬਿੰਦ ਤੋਂ ਉਚਾਰਨ ਹੋਈ ਬਾਣੀ ਇਹ ਸਾਨੂੰ ਦੱਸ ਰਹੀ ਹੈ ਵੀ ਦੂਜਾ ਕੋਈ ਨਹੀਂ। ਛੱਡ ਦਈਏ, ਇੱਕੋ ਦੇ ਲੜ ਲੱਗ ਜਾਈਏ, ਪਰਮਾਤਮਾ ਦੇ ਨਾਲ ਸਾਂਝ ਪਾ ਲਈਏ, ਫਿਰ ਸਾਡਾ ਲੋਕ ਤੇ ਪਰਲੋਕ ਸੁਹੇਲਾ ਹੈ। ਕਹਿਤ ਕਬੀਰ ਸੁਨੋ ਰੇ ਲੋਈ, ਅਬ ਤੁਮਰੀ ਪ੍ਰਤੀਤ ਨਾ ਹੋਈ। ਜਦੋਂ ਮੈਨੂੰ ਸਿੱਧਾ ਪਰਮਾਤਮਾ ਮਿਲ ਗਿਆ ਫਿਰ ਲੋਕ ਜਿਹੜਾ ਕੁਝ ਮਰਜ਼ੀ ਕਹੀ ਜਾਣ, ਮੈਨੂੰ ਕੋਈ ਪਰਵਾਹ ਨਹੀਂ। ਮੈਨੂੰ ਗੁਰੂ ਨਾਲ ਪਰਵਾਹ ਹੈ, ਮੈਨੂੰ ਗੁਰੂ ਨਾਲ ਪਿਆਰ ਹੈ, ਮੈਨੂੰ ਗੁਰੂ ਨਾਲ ਪਰਵਾਹ ਹੈ, ਹੋਰ ਕਿਸੇ ਦੀ ਕੋਈ ਪਰਵਾਹ ਨਹੀਂ, ਨਾ ਨਾ। ਸਤਿਗੁਰੂ ਕਿਰਪਾ ਕਰਨਗੇ ਫਿਰ ਸਾਡੀ ਜ਼ਿੰਦਗੀ ਦੇ ਵਿੱਚ ਸੁੱਖ ਆਵੇਗਾ, ਫਿਰ ਇਹ ਲੋਕ ਸੁਖੀਏ ਪਰਲੋਕ ਸੁਹੀਲੇ ਨਾਨਕ, ਹਰ ਪ੍ਰਭ ਆਪੇ ਮੇਲੇ। ਫਿਰ ਸਾਡਾ ਲੋਕ ਤੇ ਪਰਲੋਕ ਸੁਹੀਲਾ ਹੋ ਜਾਵੇਗਾ। ਆਓ ਵਿਚਾਰ ਕਰਦਿਆਂ ਤੋਂ ਕੋਈ ਭੁੱਲ ਰਹਿ ਗਈ ਹੋਵੇ ਮੇਰੀ ਜਾਣ ਕੇ ਬਖਸ਼ ਲੈਣਾ, ਧਿਆਨ ਵਿੱਚ ਕਰਾ ਦੇਣੀ, ਗੁਰੂ ਕਾ ਸ਼ਬਦ ਆਪਣੇ ਪੱਲੇ ਬੰਨ੍ਹ ਲੈਣਾ ਤੇ ਪੱਲੇ ਬੰਨ੍ਹ ਕੇ ਉਸ ਦੀ ਕਮਾਈ ਕਰਨੀ। ਕਿਤੇ ਪੱਲੇ ਗੁਰਦੁਆਰੇ ਤੋਂ ਬਾਹਰ ਨਿਕਲਦੇ ਅਸੀਂ ਝਾੜ ਨਾ ਜਾਈਏ, ਨਾਲ ਗੰਢ ਮਾਰ ਕੇ ਲੈ ਕੇ ਜਾਈਏ ਵੀ ਹਾਂ ਪਾਤਸ਼ਾਹ ਜੀ ਨੇ ਅੱਜ ਸਾਨੂੰ ਸਿਖਾਇਆ ਵੀ ਪਰਮਾਤਮਾ ਦੇ ਨਾਲ ਹੀ ਮਿਲ ਕੇ ਚੱਲਣਾ, ਹੋਰ ਕਿਸੇ ਨਾਲ ਨਹੀਂ। ਸਤਿਗੁਰੂ ਭਲੀ ਕਰਨਗੇ। ਫਤਿਹ ਪ੍ਰਵਾਨੋ। ਵਾਹਿਗੁਰੂ ਜੀ ਕਾ ਖਾਲਸਾ, ਸਾਹਿਬ ਜੀ। ਇੱਕ ਓੰਕਾਰ ਸਤਿਨਾਮ ਕਰਤਾ ਪੁਰਖ ਨਿਰਭਉ ਨਿਰਵੈਰ ਅਕਾਲ ਮੂਰਤ ਅਜੂਨੀ ਸੈਭੰ ਗੁਰ ਪ੍ਰਸਾਦ। ਆਸਾ ਕਰਵਤ ਭਲਾ ਨਾ ਕਰਵਟ ਤੇਰੀ, ਲਾਗ ਗਲੇ ਸੁਣ ਬਿਨਤੀ ਮੇਰੀ। ਹਉ ਵਾਰੀ ਮੁਖ ਫੇਰ ਪਿਆਰੀ,